श्री वाहिगुरु साहिब जीओ। सलोक महला पहला। भूले भूले मैं फिरे पादर कह न कोए। पूछा जाए सियाणिया दुख काटै मेरा कोए। भूले भूले मैं फिरे। वाहिगुरु जी का खालसा वाहिगुरु जी की फतेह। कोट ब्रह्मंडां दे मालक जुग जुगी अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दे पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार यार सत्कार दे नाल अमृत बाणी हर हर तेरी। सुन सुन होवे परम गत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाहा प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। सलोक महला पहला। आप नारायण कलाकार जग में परवरियो। निरंकारी आकार जोत जग मंडल करियो। पहले पातशाह धन धन सतगुरु श्री गुरु नानक देव साहब जी ये मारू दी वार दा पावन तीसरा श्लोक उच्चारण करके जगियासु महात्मा के संवाद द्वारा कथन करते हैं। भूले भूले मैं फिरे। हे महात्मा जी मैं भुली भुली भटकदी फिरदी हाँ या मैं देवी देवतियां दी उपासना विच भुली हुई अज्ञान करके आत्म स्रोत तो भुली फिरदी पादर कह न कोई। पर मैनू भगती सद ज्ञान का पद्धरा रस्ता कोई कथन करके दसदा नहीं है। पूछा जाए सियाणिया। तो महात्मा ने किया कि किसी सियाणप वाले गुरमुखा नूं जाके पुछ लेना कर अते इंज बेनती करी के दुख काटै मेरा कोई रब दा प्यारा मेरा जमन मरण अज्ञान आदि दा दुख कष्ट कट देवे। सतगुर साचा मन वसै। ओह गुरमुख अगों कहणगे कि जिस दे हिरदे विच सच्चा सतगुरु या सतगुरां दा सच्चा उपदेश वस जांदा है। साजन उतहि ठाए। उसे ही हिरदे रूप धाम विच मित्र रूप हरि प्रगट हो जाता है। नानका मन तृप्तासीया। सतगुरु नानक देव महाराज साहब जी कथन करते ने कि सच्चे सिफती साचा नाए। सच्चे परमेश्वर दे नाम दी सिफत सलाह करन नाल जां सिफत दे मालक सच्चे प्रभु दे नाम करके हिरदा आत्म तृप्ति करके अत्यंत ही रज जाता है। महला तीजा। तीजे पातशाह धन सतगुरु अमरदास साहब जी फरमान करते हैं। आपे करनी कार्य आप। परमेश्वर आप ही भगती दी क्रिया रूप है। आप ही भगती दी कार नूं करन वाला सिख रूप है।
ਆਪੇ ਕਰੇ ਰਜਾਏ ਆਪ ਹੀ ਗੁਰੂ ਰੂਪ ਹੋ ਕੇ ਆਗਿਆ ਕਰਦਾ ਹੈ। ਆਪੇ ਕਿਸਹੀ ਬਖਸ਼ ਲਾਏ ਆਪ ਹੀ ਕਿਸੇ ਬ੍ਰਹਮ ਬੇਤੇ ਦੀ ਔਗਣ ਕੱਟ ਕੇ ਬਖਸ਼ ਲੈਂਦਾ ਹੈ। ਆਪੇ ਕਾਰ ਕਮਾਏ ਆਪ ਹੀ ਅਧਿਕਾਰੀ ਰੂਪ ਹੋ ਕੇ ਭਗਤੀ ਸ਼ੁਭ ਕਰਨੀ ਦੀ ਕਾਰ ਨੂੰ ਕਮਾਉਂਦਾ ਹੈ। ਨਾਨਕ ਚਾਨਣ ਗੁਰ ਮਿਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਪਾਸ਼ਾ ਫਰਮਾਉਂਦੇ ਹਨ, ਦੁਖ ਬਿਖ ਜਾਲੇ ਨਾਏ ਜਿਨ੍ਹਾਂ ਨੇ ਅਗਿਆਨ ਦਾ ਦੁੱਖ ਤੇ ਜ਼ਹਿਰ ਰੂਪ ਮਾਇਆ ਨੂੰ ਪਰਮੇਸ਼ਰ ਦੇ ਨਾਮ ਦੁਆਰਾ ਜਾਲੀ ਸਾੜ ਦਿੱਤਾ ਹੈ, ਉਹਨਾਂ ਗੁਰਾਂ ਦੇ ਨਾਲ ਮਿਲੇ ਹੋਇਆਂ ਨੂੰ ਅਪਰੋਖ ਗਿਆਨ ਦਾ ਚਾਨਣ ਪ੍ਰਕਾਸ਼ ਹੋ ਜਾਂਦਾ ਹੈ। ਆਪੇ ਕਰਨੇ ਕਾਰ ਆਪ ਇਸੇ ਪ੍ਰਕਾਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਆਪ ਹੀ ਕਿਰਿਆ ਪਾਪ ਦੇ ਹੀ ਬਣਾਉਣਾ ਕੀਤੀ ਹੈ ਵਾਹਿਗੁਰੂ ਜੀ ਨੇ। ਆਪੇ ਕਰੇ ਰਜਾਏ ਆਪ ਹੀ ਭਗਤੀ ਦੀ ਕਾਰ ਕਰਾਉਣਾ ਕੀਤੀ ਹੈ, ਆਪ ਹੀ ਇੱਕ ਤੋਂ ਅਨੇਕ ਰੂਪ ਹੋਣ ਦੀ ਕਾਰ ਨੂੰ ਕੀਤਾ ਹੈ, ਅਤੇ ਆਪ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਪੈਦਾ ਕਰਕੇ ਉਹਨਾਂ ਨੂੰ ਆਗਿਆ ਕਰਨ ਵਾਲਾ ਹੈ। ਆਪੇ ਕਿਸਹੀ ਬਖਸ਼ ਲਾਏ ਆਪ ਹੀ ਕਿਸੇ ਨੂੰ ਸਤਿਗੁਰੂ ਰੂਪ ਧਾਰ ਕੇ ਬਖਸ਼ ਲੈਂਦਾ ਹੈ। ਆਪੇ ਕਾਰ ਕਮਾਏ ਅਤੇ ਆਪ ਹੀ ਸਿੱਖ ਰੂਪ ਹੋ ਕੇ ਗੁਰੂ ਦੀ ਟਹਿਲ ਰੂਪ ਕਾਰ ਨੂੰ ਕਮਾਉਣਾ ਕਰਦਾ ਹੈ। ਨਾਨਕ ਚਾਨਣ ਗੁਰ ਮਿਲੇ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ ਕਿ ਗੁਰਾਂ ਨਾਲ ਮਿਲ ਕੇ ਸਿਮਰਨ ਦਾ ਪ੍ਰਕਾਸ਼ ਹੁੰਦਾ ਹੈ। ਦੁਖ ਬਿਖ ਜਾਲੇ ਨਾਏ ਅਤੇ ਮਾਇਆ ਦੇ ਪ੍ਰਤਾਪ ਕਰਕੇ ਜੰਮਣ ਮਰਨ ਦੇ ਦੁੱਖ ਦੀ ਪੀੜਾ ਨਾਮ ਸਿਮਰ ਕੇ ਸਾੜ ਦੇਈਦੀ ਹੈ। ਪੌੜੀ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ, ਮਾਇਆ ਵੇਖ ਨਾ ਭੁੱਲ ਤੂੰ ਫਰਮਾਉਂਦੇ ਨੇ, ਮਨ ਮੁਖ ਮੂਰਖਾ ਹੇ ਮੂਰਖ ਬੇਸਮਝ ਤੇ ਮਨਮੁਖ ਮਨੁੱਖ, ਤੂੰ ਇਸ ਛਲ ਰੂਪ ਦੁਨੀਆ ਜਾਂ ਦੌਲਤ ਨੂੰ ਦੇ ਕੇ ਆਪਣੇ ਸਰੂਪ ਵੱਲੋਂ ਭੁੱਲਣਾ ਨਾ ਕਰ। ਚਲਦਿਆਂ ਨਾਲ ਨਾ ਚੱਲਾਈ ਇਹ ਮਾਇਆ ਅੰਤ ਨੂੰ ਪਰਲੋਕ ਵੱਲ ਚੱਲਣ ਲੱਗੀਆਂ ਨਾਲ ਨਹੀਂ ਚੱਲਦੀ। ਸਭ ਝੂਠਾਂ ਦਰਬ ਲਖਾ ਇਹ ਲੱਖਾਂ ਕਰੋੜਾਂ ਦਾ ਧਨ ਸਾਰਾ ਝੂਠ ਮਿਥਿਆ ਰੂਪ ਹੈ। ਅਗਿਆਨੀ ਅੰਧ ਨਾ ਬੁਝਾਈ ਗਿਆਨ ਤੋਂ ਹੀਣਾ ਦੇ ਮਨ ਬੁੱਧ ਰੂਪ ਨੇਤਰਾਂ ਵਿੱਚ ਵਿਚਾਰ ਰੂਪ ਨਿਗਾਹ ਤੋਂ ਬਿਨਾ ਅਗਿਆਨੀ ਮਨੁੱਖ ਇਹ ਨਹੀਂ ਸਮਝਦਾ। ਸਿਰ ਉੱਪਰ ਜਮ ਖੜਗ ਕਲਖਾ ਕਿ ਯਮਰਾਜ ਮੌਤ ਰੂਪ ਕਿਰਪਾਨ ਖਿੱਚ ਕੇ ਸਿਰ ਤੇ ਖਲੋਤਾ ਹੋਇਆ ਹੈ। ਗੁਰ ਪ੍ਰਸਾਦੀ ਉਬਾਰੇ ਇੱਥੇ ਬਿੰਦੀ ਲੱਗੀ ਹੈ ਗੁਰ ਪ੍ਰਸਾਦੀ, ਜਿਨ੍ਹਾਂ ਮਨੁੱਖਾਂ ਨੇ ਪਾਸ਼ਾ ਫਰਮਾਉਂਦੇ ਹਨ, ਜਿਨ ਹਰ ਰਸ ਚਖਾ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚਖਣਾ ਕੀਤਾ ਹੈ, ਉਹ ਸਤਿਗੁਰਾਂ ਦੀ ਕਿਰਪਾ ਕਰਕੇ ਮਾਇਆ ਦੇ ਮੋਹ ਤੋਂ ਬਚੇ ਹਨ। ਆਪ ਕਰਾਏ ਕਰੇ ਆਪ ਉਹ ਐਸਾ ਨਿਸ਼ਚੈ ਕਰਦੇ ਨੇ ਕਿ ਪਰਮੇਸ਼ਰ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕਰਦਾ ਹੈ, ਆਪ ਹੀ ਜੀਵਾਂ ਬਾਸੋਂ ਵਾਸ਼ਨ ਅਨੁਸਾਰ ਕਿਰਿਆ ਕਰਾਉਂਦਾ ਹੈ, ਜਾਂ ਆਪ ਹੀ ਗੁਰੂ ਰੂਪ ਹੋ ਕੇ ਸਿੱਖਾਂ ਤੋਂ ਨਾਮ ਦਾ ਅਭਿਆਸ ਕਰਾਉਂਦਾ ਹੈ, ਆਪ ਹੀ ਸਿੱਖ ਰੂਪ ਹੋ ਕੇ ਨਾਮ ਦਾ ਅਭਿਆਸ ਕਰਦਾ ਹੈ। ਆਪੇ ਹਰ ਰਖਾ ਅਤੇ ਹਰੀ ਪਰਮੇਸ਼ਰ ਆਪ ਹੀ ਉਹਨਾਂ ਦਾ ਰਾਖਾ ਹੁੰਦਾ ਹੈ। ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭੋ ਕਿਹਾ
ਕਾੜਾ ਜੀਓ। ਸ਼ਲੋਕ ਮਹੱਲਾ ਤੀਜਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਲੋਕ ਉਚਾਰਨ ਕਰਕੇ ਸ਼ੁਭ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਜਿਨ੍ਹਾਂ ਗੁਰ ਨਹੀਂ ਭੇਟਿਆ, ਇਹ ਭਾਈ ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨਹੀਂ ਮਿਲਿਆ ਜਾਂ ਜਿਨ੍ਹਾਂ ਨੇ ਗੁਰੂ ਨੂੰ ਆਪ ਹੀ ਨਹੀਂ ਮਿਲਣਾ ਕੀਤਾ, ਪੈ ਕੀ ਨਾਹੀ ਬਿੰਦਾ, ਅਤੇ ਜਿਨ੍ਹਾਂ ਨੂੰ ਪਰਮੇਸ਼ਰ ਦੇ ਡਰ ਦੀ ਗਿਆਤ ਹੀ ਨਹੀਂ ਹੈ ਜਾਂ ਬਿੰਦ ਰਤਾ ਮਾਤਰ ਵੀ ਪਰਮੇਸ਼ਰ ਦਾ ਭੈ ਨਹੀਂ ਹੈ। ਆਵਣ ਜਾਵਣ ਦੁੱਖ ਕਾਣਾ, ਉਹਨਾਂ ਨੂੰ ਸੰਸਾਰ ਵਿੱਚ ਜੰਮ ਕੇ ਆਉਣ ਤੇ ਮਰ ਕੇ ਜਾਣ ਦਾ ਘਣਾ ਹਰਿਆਣਵੀ ਬੋਲੀ ਹੈ, ਬਹੁਤ ਸਾਰਾ ਦੁੱਖ ਕਸ਼ਟ ਲੱਗਾ ਰਹਿੰਦਾ ਹੈ। ਕਦੇ ਨ ਚੂਕਾ ਚਿੰਦਾ, ਅਤੇ ਕਦੇ ਵੀ ਚਿੰਤਾ ਉਹਨਾਂ ਦੀ ਮੁੱਕਦੀ ਨਹੀਂ ਹੈ। ਕਾਪੜ ਜਿਵੈ ਪਛੋੜੀਆ, ਜਿਵੇਂ ਧੋਬੀ ਕੱਪੜਿਆਂ ਨੂੰ ਪਟੜੇ ਉੱਪਰ ਪਟਕਾਉਂਦਾ ਹੈ, ਘੜੀ ਮੋਹਤ ਘੜੀਆਲ, ਅਤੇ ਘੜਿਆਲ ਨੂੰ ਵਜਾਉਣ ਵਾਲਾ ਇੱਕ ਘੜੀ ਜਾਂ ਅੱਧੀ ਘੜੀ ਬਾਅਦ ਘੜਿਆਲ ਦੇ ਉੱਪਰ ਚੋਟਾ ਮਾਰਦਾ ਹੈ। ਇਉਂ ਜਿਹੜਾ ਯਮਰਾਜ ਹੈ ਉਹ ਧੋਬੀ ਦੇ ਕੱਪੜਿਆਂ ਵਾਂਗ ਪਟਕਾ ਕੇ ਮਾਰੇਗਾ। ਅਤੇ ਇੱਕ ਘੜੀ ਦੀ ਨਿਆਈ ਜੰਮਣ ਦਾ ਦੁੱਖ, ਅੱਧੀ ਘੜੀ ਦੀ ਨਿਆਈ ਮੌਤ ਦਾ ਦੁੱਖ, ਅਤੇ ਘੜਿਆਲ ਦੀ ਨਿਆਈ ਯਮਾਂ ਦੇ ਡੰਡੇ ਖਾਣੇ ਪੈਣਗੇ। ਜਿਵੇਂ ਫਰੀਦ ਸਾਹਿਬ ਜੀ ਨੇ ਬਚਨ ਕੀਤਾ ਹੈ, ਫਰੀਦਾ ਦਰ ਦਰਵਾਜੈ ਜਾਏ ਕੈ, ਕਿਉਂ ਡਿਠੋ ਘੜਿਆਲ, ਇਹੋ ਨੇ ਦੋਸਾਂ ਮਾਰੀਐ, ਹਮ ਦੋਸਾਂ ਦਾ ਕਿਆ ਹਾਲ। ਨਾਨਕ ਸੱਚੇ ਨਾਮ ਬਿਨ, ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਤੀਜਾ ਸਰੂਪ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ ਕਿ ਸੱਚੇ ਪਰਮੇਸ਼ਰ ਦੇ ਵਾਹਿਗੁਰੂ ਨਾਮ ਤੋਂ ਬਿਨਾਂ ਸਿਰ ਹੋ ਨਾ ਚੁੱਕੈ ਜੰਜਾਲ, ਮਨੁੱਖ ਦੇ ਸਿਰ ਉੱਪਰੋਂ ਕਰਮਾਂ ਧਰਮਾਂ ਦਾ ਜੰਜਾਲ ਬੰਧਨ ਨਹੀਂ ਚੁੱਕਿਆ ਜਾਂਦਾ। ਮਹੱਲਾ ਤੀਜਾ। ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਤ੍ਰਿਭਵਨ ਢੂਢੀ ਸੱਜਣਾ, ਜਗਿਆਸੂ ਕਹਿੰਦਾ ਹੈ ਕਿ ਹੇ ਮਹਾਤਮ ਰੂਪ ਸੱਜਣਾ ਮਿੱਤਰਾ, ਮੈਂ ਤਿੰਨਾਂ ਬਾਹਮਣਾਂ ਨੂੰ ਖੋਜ ਕੇ ਦੇਖਣਾ ਕੀਤਾ ਹੈ ਕਿ ਹਉਮੈ ਬੁਰੀ ਜਗਤ, ਜਗਤ ਸੰਸਾਰ ਵਿੱਚ ਹੰਗਤਾ ਮਮਤਾ ਬਹੁਤ ਬੁਰੀ ਬਹੁਤ ਭੈੜੀ ਹੈ, ਜਾਂ ਹਉਮੈ ਨੇ ਸਾਰੀ ਸ੍ਰਿਸ਼ਟੀ ਬੁਰੀ ਬਿਰਤੀ ਵਾਲੀ ਬਣਾ ਦਿੱਤੀ ਹੈ। ਨਾ ਚੋਰਾਹੀ ਅੜੀ ਸੱਚ ਚੋ, ਅੱਗੋਂ ਮਹਾਤਮਾ ਜਨ ਕਹਿੰਦੇ ਨੇ ਕਿ ਇਹ ਭਾਈ ਆਪਣੇ ਹਿਰਦੇ ਵਿੱਚ ਝੂਰਨਾ ਨਾ ਕਰ ਅਤੇ ਸੱਚੇ ਨਾਮ ਨੂੰ ਉਚਾਰਨ ਕਰ। ਨਾਨਕ ਸੱਚੋ ਸਾਚਾ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਫਿਰ ਸੱਚਾ ਹੀ ਸੱਚਾ ਪ੍ਰਗਟ ਹੋ ਜਾਵੇਗਾ, ਜਾਂ ਸੱਚੇ ਪ੍ਰਭੂ ਦੀ ਪ੍ਰਾਪਤੀ ਕਰਕੇ ਸੱਚਾ ਆਤਮਿਕ ਸੁਖ ਪ੍ਰਾਪਤ ਹੋ ਜਾਵੇਗਾ। ਪੌੜੀ। ਤੀਜੇ ਪਾਤਸ਼ਾਹ ਜੀ ਉਚਾਰ ਰਹੇ ਨੇ, ਗੁਰਮੁਖ ਆਪੇ ਬਖਸ਼ਿਓ ਨਾ, ਉਹਨਾਂ ਗੁਰਮੁਖ ਜਨਾਂ ਨੂੰ ਪ੍ਰਭੂ ਆਪ ਹੀ ਬਖਸ਼ ਲੈਂਦਾ ਹੈ। ਹਰ ਨਾਮ ਸਮਾਣੇ, ਜੋ ਹਰੀ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਹਨ, ਆਪੇ ਭਗਤੀ ਲਾਇਓ ਨਾ, ਉਹਨਾਂ ਨੂੰ ਆਪ ਹੀ ਆਪਣੀ ਬੰਦਗੀ ਵਿੱਚ ਲਾਉਣਾ ਕੀਤਾ ਹੈ। ਗੁਰ ਸ਼ਬਦ ਨਿਸ਼ਾਨੇ, ਸੋ ਉਹ ਗੁਰਾਂ ਦੇ ਉਪਦੇਸ਼ ਕਰਕੇ ਹੀ ਸਾਰੇ ਬ੍ਰਹਮੰਡ ਵਿੱਚ ਪ੍ਰਗਟ ਹੋਏ ਹਨ। ਸਨਮੁਖ ਸਦਾ ਸੋਹਣੇ, ਉਹ ਗੁਰਮੁਖ ਹਰੀ ਦੇ ਸਨਮੁਖ ਰਹਿੰਦੇ ਹੋਏ ਹਮੇਸ਼ਾ ਸੁੰਦਰ ਜੀਵਨ ਵਾਲੇ ਹਨ। ਸੱਚਾ ਦਰ ਜਾਣੇ, ਅਤੇ ਪਰਮੇਸ਼ਰ ਦੇ ਦਵਾਰ ਵਿੱਚ ਵੀ ਸੱਚੇ ਜਾਣੇ ਜਾਂਦੇ ਹਨ, ਜਿਉਂ ਸੱਚੇ ਪ੍ਰਭੂ ਨੂੰ ਆਪਣੇ ਹਿਰਦੇ ਦੇ ਅੰਦਰ ਜਾਣਦੇ ਹਨ। ਐਥਾ ਉਥਾ
ਮੁਕਤ ਹੈ। ਉਹ ਪੁਰਖ ਇਸ ਲੋਕ ਦੇ ਉਥੇ ਪਰਲੋਕ ਵਿੱਚ ਸਦਾ ਹੀ ਮੁਕਤ ਹਨ। ਜਿਨ ਰਾਮ ਪਛਾਣੇ ਜਿਨ੍ਹਾਂ ਨੇ ਪਰਮੇਸ਼ਰ ਆਪਣਾ ਆਤਮਾ ਰੂਪ ਕਰਕੇ ਪਹਿਚਾਨ ਲਿਆ ਹੈ। ਧੰਨ ਧੰਨ ਸੇ ਜਨ ਜਿਨ ਹਰ ਸੇਵਿਆ। ਉਹ ਪੁਰਖ ਧਨਤਾ ਦੇ ਯੋਗ ਹਨ ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਸੇਵਨਾ ਕੀਤਾ ਹੈ। ਤਨ ਹਉ ਕੁਰਬਾਨੇ ਤਿਨਾਂ ਤੋਂ ਮੈਂ ਬਲਿਹਾਰ ਕੁਰਬਾਨ ਜਾਂਦਾ ਹਾਂ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਲੋਕ ਉਚਾਰਨ ਕਰ ਰਹੇ ਨੇ। ਇਹ ਉਦੋਂ ਉਚਾਰਿਆ ਜਦੋਂ ਪਾਕਪਟਨ ਵਿੱਚ ਗਏ ਸਨ। ਉਸ ਵੇਲੇ ਭਗਤ ਫਰੀਦ ਜੀ ਦੇ ਪੋਤੇ ਚੇਲੇ ਸ਼ੇਖ ਬ੍ਰਹਮ ਜੀ ਦੇ ਨਾਲ ਸਤਿਗੁਰਾਂ ਦੀ ਚਰਚਾ ਹੋਈ, ਜਿਸ ਦੇ ਪ੍ਰਥਾਏ ਸਤਿਗੁਰਾਂ ਨੇ ਬਹੁਤ ਸਾਰੀ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ ਸੀ। ਇਹ ਸ਼ਲੋਕ ਵੀ ਉਸੇ ਪ੍ਰਥਾਏ ਸਤਿਗੁਰਾਂ ਨੇ ਉਚਾਰਿਆ ਹੈ। ਮਹਿਲ ਕੋ ਚੱਜੀ ਮੜਵੜੀ। ਜਿਹੜੀ ਇਸਤਰੀ ਖੋਟੇ ਚੱਜ ਵਾਲੀ ਮੜੀਆਂ ਮਸਾਣਾ ਨੂੰ ਪੂਜਣ ਵਾਲੀ ਕਾਲੀ ਮਨਹੁ ਕਸੁੱਧ ਪਾਪਾਂ ਕਰਕੇ ਕਲੰਕਤ ਤੇ ਮਨ ਕਰਕੇ ਵੀ ਅਪਵਿੱਤਰ ਹੈ, ਉਹ ਪਤੀ ਦੇ ਆਨੰਦ ਨੂੰ ਨਹੀਂ ਮਾਣ ਸਕਦੀ। ਕਿਉਂਕਿ ਘਰ ਦੇ ਵਿੱਚ ਤਾਂ ਸਾਰੀ ਗੱਲ ਪਤਾ ਲੱਗ ਹੀ ਜਾਂਦੀ ਹੈ। ਬਾਹਰ ਦਿਆਂ ਕੋਲੋਂ ਆਪਾਂ ਝੂਠ ਮੂਠ ਮਾਰ ਕੇ ਉਹਲਾ ਰੱਖ ਸਕਦੇ ਹਾਂ, ਘਰਦਿਆਂ ਨੂੰ ਤਾਂ ਪਤਾ ਹੀ ਹੁੰਦਾ ਸਾਡਾ ਸਾਰਾ। ਇਉਂ ਜਿਹੜਾ ਗੁਰੂ ਮਹਾਰਾਜ ਹੈ ਉਹਨੂੰ ਤਾਂ ਸਾਡਾ ਸਾਰਾ ਹੀ ਪਤਾ ਹੈ। ਇੱਥੇ ਝੂਠ ਬੋਲਾਂਗੇ, ਮਨ ਕਾਲਾ ਰੱਖਾਂਗੇ ਤੇ ਧੋਖਾ ਖਾਵਾਂਗੇ, ਸਾਡਾ ਆਪ ਦਾ ਹੀ ਨੁਕਸਾਨ ਹੈ। ਜੇ ਸੱਚ ਬੋਲ ਕੇ ਅਰਦਾਸ ਕਰਕੇ ਮਾਫੀ ਮੰਗ ਲਾਂਗੇ, ਸੱਚੇ ਪਾਤਸ਼ਾਹ ਬਖਸ਼ ਲੈਣਗੇ। ਜੇ ਗੁਣ ਹੋਵਣ ਤਾਂ ਫਿਰ ਰਵੈ। ਜੇਕਰ ਇਸਤਰੀ ਦੇ ਵਿੱਚ ਚੰਗੇ ਗੁਣ ਹੋਵਣ ਤੇ ਤਾਂ ਹੀ ਆਪਣੇ ਪਤੀ ਦੇ ਆਨੰਦ ਨੂੰ ਮਾਣ ਸਕਦੀ ਹੈ। ਨਾਨਕ ਅਵਗੁਣ ਮੁੰਧ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਪਰ ਇਸਤਰੀ ਗੁਨਾਹਾਂ ਨਾਲ ਭਰੀ ਹੋਈ ਹੈ। ਮਹਿਲ ਕੋ ਚੱਜੀ ਮੜਵੜੀ। ਇਸੇ ਪ੍ਰਕਾਰ ਜਿਹੜੀ ਜੀਵ ਰੂਪ ਇਸਤਰੀ ਕਾਮ ਕ੍ਰੋਧ ਰੂਪ ਖੋਟੇ ਚੱਜ ਵਾਲੀ ਦੇਹ ਰੂਪ ਮੜੀ ਵਿੱਚ ਵੜੀ ਹੋਈ ਹੈ। ਭਾਵ ਦੇਹ ਅਭਿਮਾਨ ਦੇ ਸੰਯੁਕਤ ਸਰੀਰ ਕਰਕੇ ਪਾਪਾਂ ਨੂੰ ਕਰਨ ਵਾਲੀ ਕਾਲੀ ਅਤੇ ਕਾਲੀ ਮਨਹੁ ਕਸੁੱਧ। ਪਾਪਾਂ ਕਰਕੇ ਕਾਲੀ ਤੇ ਮਨ ਕਰਕੇ ਵੀ ਪਾਪਾਂ ਨੂੰ ਕਰਨ ਕਰਕੇ ਅਪਵਿੱਤਰ ਹੈ। ਉਹ ਅਕਾਲ ਪੁਰਖ ਪਤੀ ਦੇ ਅਭੇਦਤਾ ਰੂਪ ਆਨੰਦ ਨੂੰ ਮਾਣ ਨਹੀਂ ਸਕਦੇ। ਜੇ ਗੁਣ ਹੋਵਣ ਤਾਂ ਫਿਰ ਰਵੈ। ਪਰ ਜੇਕਰ ਇਸ ਜੀਵ ਰੂਪ ਇਸਤਰੀ ਵਿੱਚ ਸਤ ਸੰਦੋਖ ਦਇਆ ਧਰਮ ਵਿਚਾਰ ਆਦਿਕ ਸ਼ੁਭ ਗੁਣ ਹੋਵਣ ਤੇ ਤਾਂ ਹੀ ਉਹ ਪਤੀ ਅਕਾਲ ਪੁਰਖ ਦੇ ਅਭੇਦਤਾ ਰੂਪ ਆਨੰਦ ਨੂੰ ਮਾਣ ਸਕਦੀ ਹੈ। ਪਰ ਇਹ ਅਗਿਆਤ ਸ਼ੌਂਕ ਅਵਸਥਾ ਰੂਪ ਜੋਬਨ ਵਾਲੀ ਜੀਵ ਰੂਪ ਇਸਤਰੀ ਗੁਨਾਹਾਂ ਨਾਲ ਹੀ ਭਰੀ ਹੋਈ ਹੈ। ਨਾਨਕ ਅਵਗੁਣ ਮੁੰਧ। ਇਹ ਮੁੰਦ ਅਗਿਆਤ ਜੋਬਨ ਵਾਲੀ ਇਸਤਰੀ, ਇਹ ਜੀਵ ਰੂਪ ਇਸਤਰੀ ਗੁਨਾਹਾਂ ਦੇ ਨਾਲ ਭਰੀ ਹੋਈ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਸ਼ੋ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਚ ਸੀਲ ਸਚ ਸੰਜਮੇ। ਇਹ ਸਤਿਗੁਰੂ ਜੀ ਫਿਰ ਚੰਗੀ ਆਚਰਨ ਵਾਲੀ ਇਸਤਰੀ ਕਿਹੜੀ ਹੈ? ਮਾਰੇ ਕਹਿੰਦੇ ਜੋ ਪਤੀ ਅੱਗੇ ਸੱਚ ਬੋਲਦੀ ਹੈ, ਨਰਮ ਸੁਭਾਅ ਰੱਖਦੀ ਹੈ। ਮੁਕਾਬਲਾ ਘਰ 'ਚ ਨਹੀਂ ਕਰੀਦਾ, ਮੁਕਾਬਲਾ ਤਾਂ ਸਟੇਡੀਅਮ 'ਚ ਹੁੰਦਾ ਹੈ। ਘਰਾਂ ਦੇ ਵਿੱਚ ਤਾਂ ਐਗਰੀਮੈਂਟ ਨਾਲ ਹੀ ਚੱਲਣਾ ਪੈਂਦਾ ਹੈ। ਇੱਕ ਨੂੰ ਗੁੱਸਾ ਆਇਆ ਦੂਜਾ ਚੁੱਪ ਕਰ ਜੇ, ਜਦੋਂ ਆਪਦੀ ਚੱਲਦੀ ਆਪਦੀ ਚਲਾ ਲਓ। ਜੇ ਉਹ ਮੁਕਾਬਲਾ ਹੋਣ ਲੱਗ ਪਏ ਫਿਰ ਘਰ 'ਚ ਸਮਾਈ ਨਹੀਂ ਹੁੰਦੀ ਹੈ। ਇਸ ਲਈ ਨਰਮ ਸੁਭਾਅ ਰੱਖਣਾ ਪੈਂਦਾ ਹੈ ਤੇ ਸੱਚ ਬੋਲਣਾ ਪੈਂਦਾ ਹੈ। ਝੂਠ ਵੀ ਬਾਹਰ ਹੀ ਚੱਲਦਾ ਹੈ, ਹਮੇਸ਼ਾ ਨਹੀਂ ਚੱਲਦਾ ਘਰ ਅੱਗੇ। ਇਉਂ ਜੋ ਪਤੀ ਅੱਗੇ ਸੱਚ ਬੋਲਦੀ ਹੈ, ਨਰਮ ਸੁਭਾਅ ਰੱਖਦੀ ਹੈ, ਸੱਚੇ ਜੀਵਨ ਵਾਲੀ,
ਤੇ ਬਹੁਤਾ ਬੋਲਣ ਵੱਲੋਂ ਸੰਜਮ ਰੱਖਦੀ ਹੈ। ਸਾ ਪੂਰੇ ਪਰਿਵਾਰ ਸਾ ਉਹ ਇਸਤਰੀ ਪਰਿਵਾਰ ਦੇ ਵਿੱਚ ਪੂਰਨ ਪਤਿਵਰਤਾ ਧਰਮ ਵਾਲੀ ਸ਼ੁਭ ਗੁਣਾਂ ਵਾਲੀ ਕਹਿਲਾਉਂਦੀ ਹੈ। ਨਾਨਕ ਐਨਸ ਸਦਾ ਭਲੀ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਕਿ ਉਹ ਇਸਤਰੀ ਦਿਨ ਰਾਤ ਹਮੇਸ਼ਾ ਹੀ ਚੰਗੀ ਹੈ। ਪਿਰ ਕਹੇ ਤੁ ਪਿਆਰ ਜੋ ਪਤੀ ਦੇ ਹਿਤ ਨਾਲ ਪ੍ਰੇਮ ਕਰਦੀ ਹੈ। ਇਸੇ ਪ੍ਰਕਾਰ ਸਾਚ ਸੀਲ ਸਚ ਸੰਜਮੇ। ਜੋ ਜੀਵ ਇਸਤਰੀ ਸੱਚੇ ਉਤਮ ਆਚਰਨ ਦੇ ਸੱਚੇ ਸੰਜਮ ਵਾਲੀ ਹੈ ਜਾਂ ਸੱਚਾ ਨਾਮ ਜਪਣ ਵਾਲੀ ਨਰਮ ਸੁਭਾਅ ਧਾਰਨ ਵਾਲੀ ਹੈ। ਸਾ ਪੂਰੀ ਪਰਿਵਾਰ ਸੱਚੇ ਨਿਸ਼ਚੇ ਵਾਲੀ ਤੇ ਇੰਦਰੀਆਂ ਦਾ ਦਮਨ ਕਰਨ ਵਾਲੀ ਹੈ। ਉਹੀ ਜੀਵ ਰੂਪ ਇਸਤਰੀ ਦੇਵੀ ਸੰਪਦਾ ਰੂਪ ਪਰਿਵਾਰ ਦੇ ਵਿੱਚ ਪਰਿਪੂਰਨ ਹੈ। ਨਾਨਕ ਐਨਸ ਸਦਾ ਭਲੀ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਉਹ ਦਿਨ ਰਾਤ ਸਦਾ ਸਿਮਰਨ ਵਿੱਚ ਲੱਗੀ ਹੋਈ ਚੰਗੇ ਜੀਵਨ ਵਾਲੀ ਹੈ। ਫਿਰ ਕਹੇ ਤੁ ਪਿਆਰ ਜਿਸ ਦਾ ਕਿ ਪਤੀ ਅਕਾਲ ਪੁਰਖ ਦੇ ਪ੍ਰੇਮ ਦੇ ਵਿੱਚ ਪਿਆਰ ਹੈ। ਪੌੜੀ ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਆਪਣਾ ਆਪ ਪਛਾਣਿਆ हे ਭਾਈ ਗੁਰਮੁਖੋ ਨਾਮ ਨਿਦਾਨ ਪਾਇਆ। ਜਿਨ੍ਹਾਂ ਨੇ ਸਤਿਗੁਰਾਂ ਦੇ ਕੋਲੋਂ ਨਾਮ ਦਾ ਖਜ਼ਾਨਾ ਪਾਇਆ ਹੈ ਉਹਨਾਂ ਨੇ ਪਰਮੇਸ਼ਰ ਨੂੰ ਆਪਣਾ ਆਪ ਰੂਪ ਕਰਕੇ ਪਹਿਚਾਨਣਾ ਕੀਤਾ ਹੈ। ਕਿਰਪਾ ਕਰਕੇ ਆਪਣੀ ਪਰਮੇਸ਼ਰ ਨੇ ਆਪ ਦੀ ਕਿਰਪਾ ਮਿਹਰ ਕਰਕੇ ਗੁਰ ਸ਼ਬਦ ਮਿਲਾਇਆ। ਉਹਨਾਂ ਨੂੰ ਗੁਰਾਂ ਦੇ ਉਪਦੇਸ਼ ਦੇ ਵਿੱਚ ਮਿਲਾਇਆ ਹੈ। ਗੁਰ ਕੀ ਬਾਣੀ ਨਿਰਮਲੀ ਗੁਰਾਂ ਦੀ ਉਜਲ ਬਾਣੀ ਦੁਆਰਾ ਹਰ ਰਸ ਪੀਆਇਆ। ਉਹਨਾਂ ਨੂੰ ਹਰੀ ਪਰਮੇਸ਼ਰ ਨੇ ਆਪਣੇ ਨਾਮ ਦਾ ਰਸ ਪਿਆਉਣਾ ਕੀਤਾ ਹੈ। ਹਰ ਰਸ ਜਿਨੀ ਚਖਿਆ ਜਿਨ੍ਹਾਂ ਨੇ ਵੀ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਚਖਿਆ ਹੈ। ਅਨ ਰਸ ਠਾਕਰ ਹਾਇਆ ਉਹਨਾਂ ਨੇ ਹੋਰ ਦੁਨੀਆ ਦੇ ਸਵਾਦਾਂ ਵੱਲੋਂ ਆਪਣੇ ਮਨ ਨੂੰ ਰੋਕ ਕੇ ਰੱਖਣਾ ਕੀਤਾ ਹੈ। ਹਰ ਰਸ ਪੀ ਸਦਾ ਤ੍ਰਿਪਤ ਪਏ। ਉਹ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਪੀ ਕੇ ਹਮੇਸ਼ਾ ਹੀ ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਰਜੇ ਹੋਏ ਹਨ। ਫਿਰ ਤ੍ਰਿਸ਼ਨਾ ਭੁੱਖ ਗਵਾਇਆ ਮੁੜ ਕੇ ਉਹਨਾਂ ਨੇ ਪਦਾਰਥਾਂ ਦੀ ਪ੍ਰਬਲ ਇੱਛਾ ਰੂਪੀ ਭੁੱਖ ਨੂੰ ਵੀ ਗਵਾਉਣਾ ਕੀਤਾ ਹੈ। ਸ਼ਲੋਕ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਾਵਨ ਸ਼ਲੋਕ ਵਿਚਾਰ ਰਹੇ ਹਨ। ਸਰਬ ਜੀਆਂ ਦੀ ਕਲਿਆਣ ਵਾਸਤੇ ਦੁਨੀਆ ਦੀ ਵਰਤੋਂ ਵਿੱਚ ਆਉਣ ਵਾਲੇ ਦ੍ਰਿਸ਼ਟਾਂਤਾਂ ਦੁਆਰਾ ਪਵਿੱਤਰ ਉਪਦੇਸ਼ ਬਖਸ਼ਦੇ ਨੇ। ਫਿਰ ਖੁਸ਼ੀਏ ਤਨ ਰਾਵੀਏ ਜਿਸ ਜਗਿਆਸੂ ਅਭਾਸ ਰੂਪ ਬਿਰਤੀ ਰੂਪ ਇਸਤਰੀ ਨੇ ਪਾਸ਼ਾ ਫਰਮਾਉਂਦੇ ਹਨ ਧਨ ਔਰ ਨਾਮ ਸਿਗਾਰ। ਆਪਣੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਸ਼ਿੰਗਾਰ ਕੀਤਾ ਹੈ। ਉਸ ਉੱਪਰ ਪਤੀ ਅਕਾਲ ਪੁਰਖ ਦੀ ਖੁਸ਼ੀ ਹੁੰਦੀ ਹੈ ਅਤੇ ਉਹ ਇਸਤਰੀ ਪਤੀ ਅਕਾਲ ਪੁਰਖ ਦੀ ਅਭੇਦਤਾ ਦਾ ਆਨੰਦ ਮਾਣਦੀ ਹੈ। ਨਾਨਕ ਤਨ ਆਗੈ ਖਾੜੀ। ਸਤਿਗੁਰੂ ਫਰਮਾਉਂਦੇ ਨੇ ਕਿ ਜਿਹੜੀ ਜਗਿਆਸੂ ਆਭਾਸ ਬਿਰਤੀ ਰੂਪ ਇਸਤਰੀ ਪਤੀ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਸਮਾਹਿਤ ਹੋ ਕੇ ਮਨਬੁੱਧ ਰੂਪ ਹੱਥ ਜੋੜ ਕੇ ਖਲੋਤੀ ਸਾਵਧਾਨ ਹੈ। ਮਹੱਲਾ ਪਹਿਲਾ ਸੋਭਾਵੰਤੀ ਨਾਰ। ਉਹ ਜਿਹੜੀ ਇਸਤਰੀ ਹੈ ਉਹ ਸ਼ੋਭਾ ਵਾਲੀ ਕਹੀ ਜਾਂਦੀ ਹੈ। ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ ਹਨ
ਸਸੁਰੈ ਪਈਐ ਕੰਤ ਕੀ ਕੰਤ। ਇਹ ਜਿਹੜਾ ਪਾਵਨ ਸ਼ਲੋਕ ਹੈ ਇਹ ਵੀ ਸ਼ੇਖ ਬ੍ਰਹਮ ਜੀ ਦੇ ਪ੍ਰਥਾਏ ਪਾਕ ਪਟਨ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਜਦੋਂ ਸ਼ੇਖ ਬ੍ਰਹਮ ਜੀ ਨੇ ਸ਼ਾਹ ਸ਼ਰਫ ਫਕੀਰ ਜੀ ਦੇ ਅੱਗੇ ਪ੍ਰਸ਼ਨ ਕੀਤਾ ਸੀ ਕਿ ਅੱਜ ਨਾ ਸੁਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ, ਜਾਏ ਪੁੱਛੋ ਡੋਹਾਗਣੀ ਤੁਮ ਕਿਉਂ ਰਹਿਣ ਵਿਆਹ। ਤਾਂ ਅੱਗੋਂ ਜੋ ਮਹਾਤਮਾ ਨੇ ਉੱਤਰ ਦਿੱਤਾ ਸੀ ਉਸ ਨੂੰ ਸ਼ੇਖ ਬ੍ਰਹਮ ਜੀ ਨੇ ਇਸ ਪ੍ਰਕਾਰ ਗੁਰੂ ਜੀ ਦੇ ਸਨਮੁਖ ਪੇਸ਼ ਕੀਤਾ। ਸਾਹੁਰੇ ਢੋਈ ਨਾਲ ਹੈ ਪਈਐ ਨਾਹੀ ਤਾਓ, ਫਿਰ ਵਾਤੜੀ ਨਾ ਪੁੱਛਾਈ ਧਨ ਸੁਹਾਗਣ ਨਾਓ। ਇਹ ਪਾਵਨ ਸ਼ਲੋਕ ਭਗਤ ਫਰੀਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1309 ਅੰਗ ਉੱਪਰ ਵੀ ਕੁਝ ਪਾਠ ਭੇਦ ਦੇ ਨਾਲ ਦਰਜ ਹੈ। ਸਤਿਗੁਰੂ ਜੀ ਦੋਹਾਂ ਦੇ ਸਾਂਝੇ ਰੂਪ ਹੋ ਕੇ ਇਹ ਉੱਤਰ ਬਖਸ਼ਿਸ਼ ਕਰਦੇ ਨੇ। ਸਸੁਰੈ ਪਈਐ ਕੰਤ ਕੀ, ਜਿਹੜੀ ਪਾਠੀ ਦੀ ਚਾਲ ਦਾ ਵਿਸ਼ਰਾਮ ਹੈ ਉਹ ਕੰਤ ਕੀ ਤੇ ਹੀ ਵਿਸ਼ਰਾਮ ਹੋਵੇਗਾ। ਜਿਸ ਜਗਿਆਸੂ ਰੂਪ ਇਸਤਰੀ ਨੇ ਸਸੁਰੈ ਸਹੁਰੇ ਘਰ ਭਾਵ ਪਰਲੋਕ ਅਤੇ ਪਈਐ ਪੇਕੇ ਘਰ ਭਾਵ ਮਾਤ ਲੋਕ ਵਿੱਚ ਆਪਣੇ ਕੰਤ ਪਤੀ ਪਰਮੇਸ਼ਰ ਦੀ ਸਮਝਿਆ ਹੋਇਆ ਹੈ। ਅਗੰਮ ਯਥਾ ਕੰਤ ਅਗੰਮ ਯਥਾ ਹੋ। ਆਪ ਨੂੰ ਪਤੀ ਪਰਮੇਸ਼ਰ ਦੀ ਜਿਸ ਨੇ ਇਸਤਰੀ ਸਮਝਿਆ ਹੋਇਆ ਹੈ, ਜੋ ਕੰਤ ਅਗੰਮ ਅਥਾਹੋ ਪਤੀ ਪਰਮੇਸ਼ਰ ਸ਼ਾਸਤਰਾਂ ਕਰਕੇ ਗਮਤਾ ਤੋਂ ਰਹਿਤ ਅਤੇ ਅਥਾਹੋ ਡੂੰਘਾ ਗੰਭੀਰਤਾ ਵਾਲਾ ਹੈ। ਫਿਰ ਪੰਕਤੀ ਪੜ੍ਹ ਦੋ ਗਲਤ। ਸਸੁਰੇ ਪਈਐ ਕੰਤ ਕੀ, ਜਿਸ ਜਗਿਆਸੂ ਰੂਪ ਇਸਤਰੀ ਨੇ ਸਹੁਰੇ ਘਰ ਭਾਵ ਪਰਲੋਕ ਅਤੇ ਪਈਐ ਪੇਕੇ ਘਰ ਭਾਵ ਮਾਤ ਲੋਕ ਵਿੱਚ ਆਪਣੇ ਆਪ ਨੂੰ ਪਤੀ ਪਰਮੇਸ਼ਰ ਦੀ ਇਸਤਰੀ ਸਮਝਿਆ ਹੋਇਆ ਹੈ। ਕੰਤ ਅਗੰਮ ਅਥਾਹੋ, ਜੋ ਕੰਤ ਪਤੀ ਪਰਮੇਸ਼ਰ ਸ਼ਾਸਤਰਾਂ ਕਰਕੇ ਗਮਤਾ ਤੋਂ ਰਹਿਤ ਅਤੇ ਅਥਾਹੋ ਡੂੰਘਾ ਗੰਭੀਰਤਾ ਵਾਲਾ ਹੈ। ਨਾਨਕ ਧਨ ਸੁਹਾਗਣੀ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਜਗਿਆਸੂ ਰੂਪ ਸੁਹਾਗਮੰਤੀ ਬੀਬੀ ਧਨਤਾ ਦੇ ਯੋਗ ਹੈ। ਜੋ ਭਾਵੈ ਵੇ ਪਰਵਾਹ। ਸਤਿਗੁਰੂ ਨਾਨਕ ਦੇਵ ਜੀ ਫਰਮਾਉਂਦੇ ਜਿਹੜੀ ਬੇਮੁਹਤਾਜ ਪਰਮੇਸ਼ਰ ਨੂੰ ਭਾ ਜਾਂਦੀ ਹੈ ਉਹੀ ਸੁਹਾਗਮੰਤੀ ਧਨਤਾ ਦੀ ਯੋਗ ਹੈ। ਮਤਲਬ ਜੋ ਭਗਤੀ ਕਰਦੇ ਨੇ ਉਹਨਾਂ ਦੇ ਮਨ ਵਿੱਚ ਵੀ ਮਾਣ ਨਾ ਆ ਜਾਏ, ਇਸ ਲਈ ਗੁਰੂ ਸਾਹਿਬ ਨੇ ਹੰਕਾਰ ਮਿਟਣ ਵਾਸਤੇ ਸ਼ਲੋਕ ਉਚਾਰਿਆ ਕਿ ਸੰਤ ਭਗਤ ਪ੍ਰਵਾਨ ਜੋ ਪ੍ਰਭ ਭਾਇਆ, ਸਹੀ ਬਚਖਣ ਜੰਤ ਜਿਨੀ ਹਰਿ ਧਿਆਇਆ। ਸੰਤ ਵੀ ਉਹੀ ਹੈ, ਭਗਤ ਵੀ ਉਹੀ ਪ੍ਰਮਾਣ ਜਿਹੜਾ ਪ੍ਰਮਾਤਮਾ ਨੂੰ ਭਾ ਗਿਆ ਹੈ। ਉਹਦੇ ਬਥੇਰੇ ਲੋਕ ਅਕਾਲ ਉਸਤਤ ਵਿੱਚ ਤੁਸੀਂ ਪੜ੍ਹ ਕੇ ਵੇਖੋ, ਕੋਈ ਦਰਖਤਾਂ ਨੂੰ ਪੁੱਠੇ ਲਟਕਦੇ ਬਿਜੜੇ ਵਾਂਗ ਤਪ ਕਰਦੇ, ਕੋਈ ਧੂਣੀਆਂ ਧਾ ਕੇ, ਕੋਈ ਪਾਣੀ 'ਚ ਖਲੋ ਕੇ। ਰੱਬ ਉਹਨਾਂ ਦੀ ਬਾਤ ਨਹੀਂ ਪੁੱਛਦਾ, ਫਿਰ ਵਾਤੜੀ ਨਾ ਪੁੱਛਾਈ। ਇਹ ਤਾਂ ਰੱਬ ਦੀ ਪ੍ਰਭੂ ਦੀ ਮਰਜ਼ੀ ਹੈ ਕਿ ਉਹ ਕਿਹਨੂੰ ਉਹਨੇ ਪਿਆਰ ਕਰਨਾ, ਕਿ ਇਹਦੀ ਭਗਤੀ ਉਹਨੂੰ ਭਾ ਜਾਣੀ ਹੈ। ਪੌੜੀ। ਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ, ਤਖਤ ਰਾਜਾ ਸੋਭਾ ਹੈ। ਇਹ ਭਾਈ ਜਿਵੇਂ ਸਿੰਘਾਸਨ ਦੇ ਉਹੀ ਰਾਜਾ ਬੈਠਦਾ ਹੈ। ਜੇ ਤਖਤਾਂ ਲਾਇਕ ਹੋਏ, ਜਿਹੜਾ ਸਿੰਘਾਸਨ ਦੇ ਬੈਠਣ ਦੇ ਯੋਗ ਹੁੰਦਾ ਹੈ, ਇਸੇ ਪ੍ਰਕਾਰ ਤਖਤ ਰਾਜਾ ਸੋਭਾ ਹੈ। ਸਾਧ ਸੰਗਤ ਰੂਪ ਤਖਤ ਤੇ ਬ੍ਰਹਮ ਗਿਆਨੀ ਰੂਪ ਉਹ ਰਾਜਾ ਬੈਠ ਸਕਦਾ ਹੈ। ਜੇ ਤਖਤਾਂ ਲਾਇਕ ਹੋਏ, ਜੋ ਸਾਧ ਸੰਗਤ ਰੂਪ ਤਖਤ ਤੇ ਬੈਠਣ ਦੇ ਯੋਗ ਹੁੰਦਾ ਹੈ,
ਇਸੇ ਪ੍ਰਕਾਰ ਤਖਤ ਰਾਜਾ ਸੋਭਾਹੈ। ਸਰੂਪ ਰੂਪੀ ਤਖਤ ਦੇ ਉੱਪਰ ਤਤ ਬੇਤਾ ਰੂਪ ਰਾਜਾ ਉਹੀ ਬੈਠ ਸਕਦਾ ਹੈ। ਜੇ ਤਖਤ ਲਾਇਕ ਹੋਏ। ਜਿਹੜਾ ਸਰੂਪ ਰੂਪੀ ਤਖਤ ਦੇ ਵਿੱਚ ਜੀਵ ਈਸ਼ ਦੇ ਵਾਚ ਅਰਥ ਨੂੰ ਤਿਆਗ ਕੇ ਲੱਖ ਅਰਥ ਵਿੱਚ ਬਿਰਤੀ ਟਿਕਾ ਕੇ ਬੈਠਣ ਦੇ ਯੋਗ ਹੁੰਦਾ ਹੈ। ਜਿਨਨੇ ਸੱਚ ਪਛਾਣਿਆ। ਜਿਨ੍ਹਾਂ ਨੇ ਸੱਚ ਸਰੂਪ ਨੂੰ ਪਹਿਚਾਨ ਲਿਆ ਹੈ। ਸੱਚ ਰਾਜੇ ਸੇ। ਉਹੀ ਸੱਚੇ ਰਾਜੇ ਨੇ ਜਾਂ ਉਹੀ ਸੱਚੇ ਗਿਆਨ ਰੂਪ ਪ੍ਰਕਾਸ਼ ਵਾਲੇ ਹਨ। ਇਹ ਭੂਪਤ ਰਾਜੇ ਨਾ ਆਖੀਆ ਹੈ। ਇਹ ਭਾਈ ਇਹ ਜੋ ਪ੍ਰਿਥਵੀ ਦੇ ਪਤੀ ਚੱਕਰਵਰਤੀ ਪਾਤਸ਼ਾਹ ਹਨ ਉਹ ਸੱਚੇ ਰਾਜੇ ਨਹੀਂ ਆਖੇ ਜਾ ਸਕਦੇ। ਦੂਜਾ ਪਾਏ ਦੁੱਖ ਹੋਈ। ਕਿਉਂਕਿ ਇਹਨਾਂ ਨੂੰ ਦ્વੈਤ ਭਾਵ ਕਰਕੇ ਦੁੱਖ ਹੀ ਪ੍ਰਾਪਤ ਹੁੰਦਾ ਰਹਿੰਦਾ ਹੈ। ਇਸੇ ਪ੍ਰਕਾਰ ਇਹ ਭੂਪਤ ਰਾਜੇ ਨਾ ਆਖੀਆ ਹੈ। ਇੰਦਰੀਆਂ ਰੂਪ ਪ੍ਰਜਾ ਤੇ ਹਕੂਮਤ ਕਰਨ ਵਾਲਾ ਮਨ ਰੂਪ ਰਾਜਾ ਤੇ ਜੀਵ ਆਤਮਕ ਬੁੱਧੀ ਰੂਪ ਪ੍ਰਿਥਵੀ ਦਾ ਪਤੀ ਬ੍ਰਹਮ ਗਿਆਨ ਦੇ ਪ੍ਰਕਾਸ਼ ਵਾਲੇ ਨਹੀਂ ਆਖੇ ਜਾ ਸਕਦੇ। ਦੂਜਾ ਪਾਏ ਦੁੱਖ ਹੋਈ। ਕਿਉਂਕਿ ਇਹਨਾਂ ਨੂੰ ਦ્વੈਤ ਭਾਵ ਕਰਕੇ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ। ਸਾਡੇ ਇੰਡੀਆ ਦੇ ਕਰੀਬ 25-26 ਏਅਰਪੋਰਟ ਅੱਜ ਦੀ ਸਮੇਂ ਦੀ ਸਰਕਾਰ ਨੇ ਵੇਚ ਦਿੱਤੇ ਨੇ, ਸੌਦਾ ਹੋ ਗਿਆ। ਰਾਜਾ ਸਾਂਸੀ ਅੰਮ੍ਰਿਤਸਰ ਦਾ ਏਅਰਪੋਰਟ 500 ਕਰੋੜ ਦਾ ਵੇਚ ਦਿੱਤਾ। ਮਤਲਬ ਸਾਡੀ ਇੰਡੀਆ ਦੀ ਚੀਜ਼ ਕੋਈ ਛੱਡੀ ਹੋਈ ਨਹੀਂ। ਦੱਸੋ ਕੋਈ ਰਾਜਾ ਹੈ? ਭੁੱਖਾ ਬੰਦਾ। ਰਾਜਾ ਦਾ ਨਾਮ ਰਜੇ ਹੋਏ ਦਾ ਹੈ। ਤੇ ਇਸ ਵਾਸਤੇ ਉਹ ਕਿਹੋ ਜਿਹਾ ਰਾਜਾ ਹੈ ਜਿਹੜਾ ਇੰਡੀਆ ਨੂੰ ਦੇਸ਼ ਨੂੰ ਹੀ ਵੇਚ ਕੇ ਖਾਈ ਜਾ ਰਿਹਾ। ਗੋਰਿਆਂ ਦੇ ਵਿੱਚ ਤੇ ਇਹਨਾਂ ਲੋਕਾਂ 'ਚ ਫਰਕ ਕੀ ਹੋਇਆ? ਇਹਦੇ ਨੂੰ ਤਾਂ ਬਗਾਨੇ ਚੰਗੇ ਜਿਨ੍ਹਾਂ ਵੇਖੋ ਕਿੰਨੀਆਂ ਸੋਹਣੀਆਂ ਟ੍ਰੇਨਾਂ ਚਲਾਈਆਂ। ਇਹ ਟ੍ਰੇਨਾਂ ਦਾ ਮਹਿਕਮਾ ਬੜਾ ਮਾਣ ਸੀਗਾ ਵੀ ਇਹ ਵੀ ਸਰਕਾਰੀ ਹੈ, ਉਹ ਵੀ ਵੇਚਤਾ। ਕੋਈ ਮਹਿਕਮਾ ਛੱਡਿਆ ਹੀ ਨਹੀਂ, ਰੋਡਵੇਜ਼ ਵੇਚ ਦਿੱਤੀ। ਇਸੇ ਤਰ੍ਹਾਂ ਸੋ ਜਿੰਨੇ ਵੀ ਮਹਿਕਮੇ ਨੇ ਸਭ ਪ੍ਰਾਈਵੇਟ ਕਰ ਦਿੱਤੇ ਵੀ ਮੁੰਡਿਆਂ ਦੀ ਕੋਈ ਮਾੜੀ ਮੋਟੀ ਰੋਜੀ ਰੋਟੀ ਲੱਗ ਨਾ ਜਾਏ। ਖੇਤਾਂ ਨੂੰ ਕੀ ਉਹ ਵੀ ਪ੍ਰਾਈਵੇਟ ਵੀ ਇਹ ਭੁੱਖੇ ਮਰਨ ਆਪਣੇ ਆਪ ਹੀ। ਜਿਹੜਾ ਪੰਜਾਬ ਖੁਸ਼ਹਾਲ ਹੈ ਇਹ ਬਰਬਾਦੀ ਦੇ ਰਾਹ 'ਤੇ ਤੋਰ ਦਿੱਤਾ। ਪਹਿਲਾਂ ਹੀ ਨਸ਼ੇ ਵਿੱਚ ਪ੍ਰਵਿਰਤ ਹੋਏ ਨੇ। ਜਿਹੜੇ ਚੰਗੇ ਭਲੇ ਸੀ ਉਹਨਾਂ ਨੂੰ ਨਸ਼ਿਆਂ 'ਚ ਲਾ ਦਿੱਤਾ। ਇਹ ਮਹਾਰਾਜ ਕਹਿੰਦੇ ਨੇ ਵੀ ਇਹ ਜਿਹੜੇ ਰਾਜੇ ਨੇ ਇਹ ਅਸਲ 'ਚ ਰਾਜੇ ਨਹੀਂ ਤਾਂ ਭੁੱਖੇ ਬੰਦੇ ਨੇ। ਇਹਦੇ ਨੂੰ ਤਾਂ ਆਮ ਗ੍ਰਸਤੀ ਬੰਦਾ, ਆਮ ਜਿਹੜਾ ਸਾਧੂ ਬੰਦਾ ਉਹ ਚੰਗਾ ਹੈ ਜਿਹਦੇ ਮਨ ਵਿੱਚ ਸੰਤੋਖ ਹੈ। ਕਿਤੇ ਨਾ ਕਿਤੇ ਤਾਂ ਇਨਸਾਨ ਦੀ ਬਿਰਤੀ ਟਿਕਣੀ ਚਾਹੀਦੀ ਹੈ। ਪਰ ਇਹ ਲੋਕ ਕਿਤੇ ਵੀ ਨਹੀਂ ਖਲੋ ਰਹੇ, ਅੱਗੇ ਦੀ ਅੱਗੇ ਭੁੱਖ ਵਰਤਾ ਰਹੇ ਨੇ। ਦਵੈਤ ਭਾਅ 'ਚ ਮਾਇਆ 'ਚ ਲੱਗਣ ਦੇ ਨਾਲ ਕਹਿੰਦੇ ਦੁੱਖ ਹੀ ਦੁੱਖ ਪ੍ਰਾਪਤ ਹੁੰਦਾ ਹੈ। ਇਹ ਜਿਹੜੇ ਭੂਪਤ ਨੇ ਇਹ ਰੱਜੇ ਹੋਏ ਰਾਜੇ ਨਹੀਂ ਕਹੇ ਜਾ ਸਕਦੇ। ਕੀਤਾ ਕਿਆ ਸਾਲਹੀਆ। ਇਹ ਜੋ ਕੀਤਾ ਹੋਇਆ ਸੰਸਾਰ ਹੈ, ਇਹ ਜਿਹੜਾ ਜੀਵ ਹੈ ਇਸ ਦੀ ਭਲਾ ਕੀ ਸਲੋਤਾ ਕਰੀਏ। ਜਿੰਦਾਬਾਦ ਜਿੰਦਾਬਾਦ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਹਿਣਾ ਚਾਹੀਦਾ। ਝੰਡੀਆਂ ਚੁੱਕ ਕੇ ਕਿਸੇ ਵੀ ਰਾਜਨੀਤਿਕ ਬੰਦੇ ਦੇ ਅੱਗੇ ਉਹਦੀ ਰੈਲੀ ਵਿੱਚ ਉਹਦੇ ਸਮਾਗਮ 'ਚ ਜਾ ਕੇ ਐਵੇਂ ਜਕਾਰੇ ਛੱਡਣੇ, ਜਿੰਦਾਬਾਦ ਕਹਿਣਾ, ਇਹ ਫੁਕਰੇ ਬੰਦੇ ਦੀ, ਫੋਕੇ ਦੀ, ਮੂਰਖ ਬੰਦੇ ਦੀ ਨਿਸ਼ਾਨੀ ਹੈ। ਕੁਰਸੀ ਦਾ ਸਮਝ ਲਓ ਵੀ ਉਹ ਭੁੱਖਾ ਹੈ। ਉਹਨੂੰ ਵੀ ਕੁਛ ਨਾ ਕੁਛ ਚਾਹੀਦਾ ਹੈ ਜਿਸ ਕਰਕੇ ਕਿ ਉਹ ਕਿਸੇ ਮਨੁੱਖ ਦੀ ਉਸਤ ਦੀ ਸੋਹਲੇ ਗਾ ਰਿਹਾ ਹੈ। ਮਹਾਰਾਜ ਕਹਿੰਦੇ ਨੇ ਵੀ ਇਹ ਜੀਵ ਨੂੰ ਸਲਾਉਣਾ ਨਹੀਂ ਚਾਹੀਦਾ। ਇਹ ਤਾਂ ਨਿਕੰਮੇ ਬੰਦੇ ਹਨ। ਜਿਸ ਜਾਂਦੇ ਬਿਲਮ ਨ ਹੋਏ। ਕਿਉਂਕਿ ਸਲੋਤਾ ਬੰਦਾ ਉਸ ਦੀ ਕਰਦਾ ਹੈ ਜਿਹਦੇ ਕੋਲ ਵੱਧ ਪੈਸਾ ਹੋਵੇ। ਆਮ ਮੇਰੇ ਵਰਗੇ ਮਾੜੇ ਬੰਦੇ ਨੇ ਸਲੋਤਾ ਕੀ ਕਰਾ ਲੈਣੀ ਹੈ ਜਿਹਦੇ ਕੋਲ ਆਪਦੇ ਖਾਣ ਜੋਗੀ ਰੋਟੀ ਨਹੀਂ, ਕਿਰਾਏ ਭਾੜੇ ਜੋਗਾ ਰੁਪਈਆ ਨਹੀਂ ਹੈ।
ਤੁਸੀਂ ਅਖਬਾਰ ਨੂੰ ਕਿਤੇ 4 ਅੱਖਰ ਵੀ ਦੇਣੇ ਹੋਣ ਵੀ ਅਸੀਂ ਆਪਦੇ ਕਿਸੇ ਧੀ ਪੁੱਤ ਦਾ ਵਿਆਹ ਕਰਨਾ, ਵੀ ਕੋਈ ਰਿਸ਼ਤਾ, ਰੁਪਈਆ 6000 7000 ਚਾਹੀਦਾ। ਮਤਲਬ ਆ 10-12 ਅੱਖਰਾਂ ਦਾ ਵੀ ਐਡਾਂ ਲਾਉਣੀਆਂ ਕਿਹੜੀਆਂ ਸੌਖੀਆਂ ਨੇ। ਆ ਸੜਕਾਂ 'ਤੇ ਜਿਹੜੇ ਬੋਰਡ ਲੱਗੇ ਨੇ, ਆ ਰੇਡੀਓ 'ਤੇ TV 'ਤੇ ਮੋਬਾਈਲਾਂ 'ਤੇ ਐਪਾਂ ਬਣਾਈਆਂ ਹੋਈਆਂ, ਮਨ ਕੀ ਬਾਤ, ਆਪਦੀ ਗੱਲ ਸਭ ਦੁਨੀਆ ਦੇ ਕੰਨੀ ਪਾਉਣੀ, ਆਪਦੀ ਸੁਣਾਈ ਜਾਣੀ, ਕਿਸੇ ਦੀ ਸੁਣਨੀ ਨਹੀਂ। ਇਹ ਪੈਸੇ ਤੋਂ ਬਗੈਰ ਥੋੜ੍ਹਾ ਕੁਛ ਹੁੰਦਾ। ਇਹ ਕਰੋੜਾਂ ਤੇ ਅਰਬਾਂ ਰੁਪਈਆ ਹੀ ਮਸ਼ਹੂਰੀ 'ਤੇ ਲੱਗਦਾ ਹੈ। ਪੈਸੇ ਵਾਲੇ ਲੋਕ ਹੀ ਸਲੋਤਾ ਕਰਾਉਂਦੇ ਨੇ। ਤਾਂ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਵੀ ਜਿਹੜਾ ਰੱਬ ਦਾ ਕੀਤਾ ਉਹਨੂੰ ਕੀ ਸਲਾਹੀਏ। ਇਹਦੇ ਜਾਂਦਿਆਂ ਕੁਛ ਦੇਰ ਨਹੀਂ ਲੱਗਦੀ ਹੈ। ਇਹ ਜਿਹੜਾ ਪੈਸਾ ਹੈ ਇਹ ਸਮਝ ਲਓ ਵੀ ਜਿਹਦੇ ਕੋਲ ਆ ਗਿਆ ਉਹਦੇ ਗੁਣਾਂ ਨੂੰ ਤੇ ਜੋ ਵੀ ਉਹਦੇ ਵਿੱਚ ਚੰਗਾਪੁਣਾ ਹੈ ਉਹਨੂੰ ਰੋੜ ਕੇ ਲੈ ਜਾਵੇਗਾ, ਉਹਦੀ ਬਦਨਾਮੀ ਕਰਾ ਕੇ ਜਾਵੇਗਾ, ਉਹਦੇ ਮੂੰਹ 'ਤੇ ਕਾਲ ਖਿਲਾਏਗਾ। ਇਹ ਸਲੋਤਾ ਨਹੀਂ, ਇਹ ਬਦਨਾਮੀ ਦਾ ਕਾਰਨ ਬਣੇਗਾ। ਇਹਦੇ ਜਾਂਦਿਆਂ ਦੇਰ ਨਹੀਂ ਲੱਗਦੀ ਤੇ ਜੀਵਨ ਵੀ ਨਾਲ ਹੀ ਰੋੜ ਕੇ ਲੈ ਜਾਂਦਾ ਹੈ। ਨਿਹਚਲ ਸੱਚਾ ਏਕ ਹੈ, ਅਚਲ ਰਹਿਣ ਵਾਲਾ ਸੱਚਾ ਇੱਕੋ ਇੱਕ ਪਰਮੇਸ਼ਰ ਹੈ। एको जाप एको सालाहे, एक सिमर एको मनाहे, एकस के गुण गाओ अनंत, मन तन जाप एक भगवंत। उसे वाहिगुरु ਨੂੰ ਸਲਾਉਣਾ ਚਾਹੀਦਾ ਹੈ। ਗੁਰਮੁਖ ਬੂਝੈ ਸੋ ਨਿਚਲ ਹੋਈ, ਜੋ ਮੁਖੀ ਗੁਰਾਂ ਦੁਆਰਾ ਅਧਿਕਾਰੀ ਬਣ ਕੇ ਇਸ ਗੱਲ ਨੂੰ ਸਮਝ ਲੈਂਦਾ ਹੈ ਉਹ ਵੀ ਅਚਲ ਹੋ ਜਾਂਦਾ ਹੈ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਸਭਨਾ ਕਾ ਪਿਰ ਏਕ ਹੈ, ਸਭ ਜੀਵ ਰੂਪ ਇਸਤਰੀਆਂ ਦਾ ਪਤੀ ਇੱਕ ਪਰਮਾਤਮਾ ਹੀ ਹੈ। ਪਿਰ ਬਿਨ ਖਾਲੀ ਨਾਹੀ, ਉਸ ਪਤੀ ਪਰਮਾਤਮਾ ਤੋਂ ਬਿਨਾਂ ਕੋਈ ਵੀ ਹਿਰਦਾ ਖਾਲੀ ਨਹੀਂ ਹੈ। ਭਾਵ ਆਸਤਕ ਗੁਰਮੁਖਾਂ ਦੇ ਅੰਦਰ ਸਾਖਸ਼ਾਤ ਹੈ ਅਤੇ ਨਾਸਤਕ ਮਨਮੁਖਾਂ ਦੇ ਅੰਦਰ ਗੁਪਤ ਰੂਪ ਦੇ ਵਿੱਚ ਹੈ। ਨਾਨਕਾ ਸੇ ਸੁਹਾਗਣੀ। ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਕਥਨ ਕਰਦੇ ਨੇ ਕਿ ਉਹੀ ਜੀਵ ਰੂਪ ਇਸਤਰੀਆਂ ਸੁਹਾਗਮੰਤੀਆਂ ਪ੍ਰਤੀ ਪਰਮਾਤਮਾ ਦੇ ਆਨੰਦ ਵਾਲੀਆਂ ਸੁਹਾਗਣੀਆਂ ਹਨ। ਜੇ ਸਤਿਗੁਰ ਮਾਹੇ ਸਮਾਹੇ, ਜਿਹੜੀਆਂ ਸਤਿਗੁਰਾਂ ਦੇ ਉਪਦੇਸ਼ ਦੇ ਵਿੱਚ ਸਮਾ ਜਾਂਦੀਆਂ ਅਭੇਦ ਹੋ ਜਾਂਦੀਆਂ ਹਨ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਮਨ ਕੇ ਅਦਕ ਤਰੰਗਾ। ਜਗਿਆਸੂ ਮੁਖ ਦੁਆਰਾ ਪ੍ਰਸ਼ਨ ਹੈ ਕਿ ਇਹ ਸਤਿਗੁਰੂ ਜੀ ਸਾਡੇ ਮਨ ਰੂਪ ਸਮੁੰਦਰ ਦੇ ਵਿੱਚ ਸੰਕਲਪਾਂ ਵਿਕਲਪਾਂ ਰੂਪ ਬਹੁਤ ਲਹਿਰਾਂ ਉੱਠਦੀਆਂ ਪਈਆਂ ਹਨ। ਕਿਉਂ ਦਰ ਸਾਹਿਬ ਛੁੱਟੀਆ, ਫਿਰ ਮਾਲਕ ਪ੍ਰਭੂ ਦੇ ਦੁਆਰ ਵਿੱਚ ਕਿਵੇਂ ਛੁੱਟ ਸਕੀਦਾ ਹੈ। ਜੇ ਰਾਚੈ ਸੱਚ ਰੰਗਾ। ਗੁਰੂ ਸਾਹਿਬ ਜੀ ਉੱਤਰ ਦਿੰਦੇ ਕਿ ਇਹ ਭਾਈ ਜੇਕਰ ਮਨੁੱਖ ਸੱਚੇ ਪ੍ਰਭੂ ਦੇ ਪ੍ਰੇਮ ਦੇ ਵਿੱਚ ਰਚ ਜਾਵੇ, ਗੂੜੈ ਰੰਗ ਅਪਾਰ ਕੈ, ਅਤੇ ਬੇਅੰਤ ਪਰਮੇਸ਼ਰ ਦੇ ਭਗਤੀ ਰੂਪ ਗਾੜੇ ਰੰਗ ਵਿੱਚ ਰੰਗਿਆ ਜਾਵੇ ਤਾਂ ਛੁਟਕਾਰਾ ਹੋ ਸਕਦਾ ਹੈ। ਨਾਨਕ ਗੁਰ ਪ੍ਰਸਾਦੀ ਛੁੱਟੀਆ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਜੇਕਰ ਜੇ ਚੇਤਾ ਲੱਗੈ ਸੱਚ, ਸਾਡਾ ਚਿੱਤ ਸੱਚੇ ਪਰਮੇਸ਼ਰ ਦੇ ਨਾਮ ਦੇ ਵਿੱਚ ਲੱਗ ਜਾਵੇ ਤਾਂ ਸਤਿਗੁਰਾਂ ਦੀ ਕਿਰਪਾ ਕਰਕੇ ਛੁੱਟ ਜਾਈਦਾ ਹੈ। ਪੌੜੀ। ਤੀਜੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਹਰ ਕਾ ਨਾਮ ਅਮੋਲ ਹੈ। ਇਹ ਭਾਈ ਹਰੀ ਪਰਮੇਸ਼ਰ ਦਾ ਨਾਮ ਅਮੋਲਕ ਹੈ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋਂ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰੂ ਜੀ ਮਿਲੇ ਤਿਸਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਿਹਾ ਹਰ ਵਸੇ ਮਨ ਆਏ।
सो हर आप अमुलक है मुल ना पाया जाए। साईं नाम अमोल, हरि आप भी अमुलक है ते साईं दा नाम भी अमोलक है। कीम ना कोई जान दो जिन्ना भाग मथाहे, से नानक हर रंग मान दो। बहु शास्त्र बहु सिमरति पेखे सरबट ढोल, पूजस नाही हर हरे नानक नाम अमोल। अमोल का मतलब है कि तन मन धन अर्पणा पैंदा है। कबीर जी ने बचन किया, कंचन स्यों पाइए नहीं तोल। जे नाम का कोई मुल होवे तां सोना चांदी ਜਾਂ पैसे दे के दुनिया बहुत अमीर है, वही महाराज का नाम लै जाए गरीबों के हाथी ना आवे। सो कबीर साहब जी कहते, कंचन स्यों पाइया नहीं तोल, मन दे राम लिया है मोल। असी तो आपदा मन तन ते धन अर्पण करके सब कुछ आपा पाप त्याग के वाहिगुरु के नाम नूं मुल लिया है। जिवें पावन श्री लहणा जी ने आपकी इज्जत पासे रखनी पैंदी है। जे बंदा गुरुद्वारे आके चाहे भी मेरे गल च सरोपा पे जां जिंदाबाद होए जां मैनूं कोई सत्कार देवे, वो बंदे दे पल्ले कख नहीं पैंदा, वो आपदा सगों इत्थे गवा के जांदा है। जो घरों लैके आया सगों वो भी गवा जांदा है। जिहड़ा निमरता विच आए दवाना मस्ताना बन के ते उन्हों ही महाराज गुण बख्शदा है। जिहड़े तां पहलां ही चंगे ने, महाराज सोचदा भी तां पहलां ही वड्डे ने। सतगुरु नानक देव जी का ये सुभाव है, कहते नीचा अंदर नीच जात, नीची हूँ अत नीच। जिहड़े नीवें निमरता वाले ने, महाराज कहते मैं तो उन्हों का यार हाँ। गुरु नानक यार गरीबां का, निमरता वालियां दा यार हाँ। नानक दिन कै संग साथ, वड्डियां स्यों गया रीस। वड्डियां दी नाल अपनी भला की रीस होई भाई, जिहड़े पहले ही सिंह साहब ने वो आपदे घर राजी ने। इसलिए इत्थे तां कुछ प्राप्त करना होवे नीवें बन के आउणा पैंदा है। भला जी, भुल्ला जी, भाणा जी, ये तीन भव्वे पकाए सीगे धन गुरु अमरदास जी पावन श्री लहणा जी ने। इसलिए महाराज फरमाउंदे ने कि वाहिगुरु का नाम अमोलक है भाई। पैसे दे नाल जां सोने चांदी दे नाल ये खरीदिया नहीं जा सकता। सतगुरु साहब जी का पावन बचन है, चौबोले महला पंजवा। चौबोले दे विच पंजवें पातशाह जी का सम्मण दे प्रथाए, जिहड़े सम्मण दे मूसन दोवें प्यो पुत इन्ने प्यार वाले सी। उन्हां लाहौर दे विच रहिंदियां सतगुरु अर्जन देव जी का प्रशादा छकाउण खातर आपदे पुत का सीस ही कट लिया सी, कुर्बानी कर दी। महाराज उन्हां दी सेवा दे प्रसन्न होए, आख्या सम्मण जो इस प्रेम की, प्रेम का कोई मुल नहीं तार सकता। लखां करोड़ां अरबां रुपया कोई मुल नहीं है। जिस बंदे ने आपकी जान ही दे दी, उन्हें पिछे की रखा। जिस जगह ते तुसीं बैठे साध संगत जी हो, ये आनंद मान रहे हो, वेखो कितनी कीमती बिल्डिंग है। मेरे वर्गे वेख के ही तंग होई जाते, मुड़का ही जाता भी दसो बाबिया ने इन्ना पैसा इत्थे लाता। बंदा पुछे पैसा है किहदा, तेरे प्यो दा या तेरे दादे दा? दस भाई किहदा पैसा लाया, किन्ने ते लगा किते? हो मूर्खो, तुहाडी अकल टिकाणी होनी चाहिए। पैसा तो है ही परमात्मा का। गज के आखो सतनाम श्री वाहिगुरू। ਜਿਹੜੀਆਂ ਤੁਹਾਡੀਆਂ 2.5 7-7 ਕਰੋੜ ਦੀਆਂ ਕੋਠੀਆਂ ਨੇ, ਉਹ ਵੀ ਤੁਹਾਨੂੰ ਰੱਬ ਨੇ ਦਿੱਤਾ। ਜੇ ਘਰ ਦਿੱਤਾ ਤੇ ਇੱਥੇ ਤਾਂ ਹੈ ਹੀ ਗੁਰੂ ਘਰ। ਮਹਾਰਾਜ ਦੀ ਮਾਇਆ ਤਿੰਨਾਂ ਲੋਕਾਂ ਦੀ ਅਧੀਨ ਹੈ। ਜੇ ਉਹਦੀ ਜਗ੍ਹਾ ਤੇ ਲੱਗ ਗਿਆ, ਲਾਇਆ ਕਿੰਨੇ? ਬੰਦੇ ਕੋਲ ਤਾਂ ਕਸ਼ਹਿਰਾ ਸਮਾਉਣਾ ਵੀ ਔਖਾ ਅੱਜ ਕੱਲ੍ਹ ਦੇ ਮਹਿੰਗੇ ਜ਼ਮਾਨੇ ਦੇ ਵਿੱਚ। 100 ਰੁਪਇਆ 150 ਰੁਪਇਆ ਦਾ ਸਮਾਈ ਹੈ, 500-600 ਦਾ ਕਸ਼ਹਿਰਾ ਹੀ ਪੈਂਦਾ। ਦੱਸੋ ਕਿੰਨੇ ਲਾਉਣਾ? ये लाने वाला भी आप ही है ते देण वाला भी आप ही है। ते लाया कित्थे?
ਜਿਨ੍ਹਾਂ ਨੇ ਆਪਦਾ ਸੀਸ ਬਲੀਦਾਨ ਦਿੱਤਾ ਗੁਰੂ ਦੇ ਸਤਿਕਾਰ ਹਿੱਤ ਇਸ ਦੇਸ਼ ਤੇ ਕੌਮ ਦੀ ਅਣਖ ਖਾਤਰ। ਉਹ ਮਰਨੀ ਮਰ ਗਏ, ਗੋਲੀਆਂ ਤੇ ਗੋਲੇ ਖਾ ਲਏ। ਸਾਧ ਸੰਗਤ ਜੀ ਉਹ ਲੜਦੇ ਹੋਏ ਮੁਸ਼ਕਲਾਂ ਸਹਿਰ ਕਰ ਗਏ, ਪਰ ਉਹਨਾਂ ਨੇ ਇਹ ਨਹੀਂ ਮੰਨੀ, ਆਪਦੀ ਇੱਜ਼ਤ ਨੂੰ ਬਰਕਰਾਰ ਰੱਖਿਆ। ਕਿਰਪਾਨ ਦਾ ਅਰਥ ਹੈ ਕਿਰਪਾ ਜਮਾ ਆਣ। ਇਨਸਾਨ ਦੀ ਇੱਜ਼ਤ ਹੋਣੀ ਚਾਹੀਦੀ ਹੈ, ਡੰਗਰ ਪਸ਼ੂ ਦੀ ਨਹੀਂ ਕੋਈ ਇੱਜ਼ਤ। ਜਿਹੜਾ ਮਰਜੀ ਡੰਡਾ ਮਾਰ ਕੇ, ਭੇਡਾਂ ਦੀ ਕਾਹਦੀ ਇੱਜ਼ਤ? ਜਿਹੜਾ ਮਰਜੀ ਕੈਂਜੀ ਫੜ ਕੇ ਉਹਨੂੰ ਮੁੰਨ ਲੈ। ਇੱਜ਼ਤ ਹੀ ਬੰਦੇ ਦੀ ਆ, ਜਿਸ ਬੰਦੇ ਦੀ ਇੱਜ਼ਤ ਨਹੀਂ ਉਹ ਬੰਦਾ ਕਾਹਦਾ? ਸੋ ਇਸ ਵਾਸਤੇ ਮਰਦਊ ਪੁਣਾ ਜਿਨ੍ਹਾਂ ਨੇ ਨਿਭਾਇਆ, ਗੁਰੂ ਸਾਹਿਬ ਜੀ ਦੇ ਸਤਿਕਾਰ, ਆਪ ਦੀ ਇੱਜ਼ਤ, ਕੌਮ ਦੇ ਮਾਣ ਨੂੰ ਬਰਕਰਾਰ ਰੱਖਦਿਆਂ ਹੋਇਆਂ, ਜਿਨ੍ਹਾਂ ਨੇ ਆਪ ਦਾ ਸਭ ਕੁਝ ਹੀ ਭੇਟਾ ਕਰ ਦਿੱਤਾ, ਮਾਇਆ ਤਾਂ ਕੀ ਪਾਸ ਰੱਖਣੀ ਸੀ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਬਾਈਆ। ਇਹ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਸੰਤਾਂ ਨੂੰ ਗੱਡੀਆਂ ਕਿਸੇ ਹੋਰ ਨੇ ਨਹੀਂ ਲੈ ਕੇ ਦਿੱਤੀਆਂ, ਇਹ ਉਹਨਾਂ ਦੇ ਨਾਮ ਦੀ ਕਮਾਈ। ਪ੍ਰਭੂ ਪਰਮਾਤਮਾ ਵੱਲੋਂ ਬਰਕਤ ਹੈ। ਖੇਮੇ ਛਤਰ ਸਰਾਏ 'ਚ ਦਿਸ ਰਥ ਪੀੜੇ, ਉਹਨਾਂ ਦੇ ਸਿਰ ਉੱਪਰ ਕਨਾਤਾਂ ਲੱਗ ਜਾਂਦੀਆਂ ਨੇ। ਸੋਹਣੀਆਂ ਛੱਤਾਂ ਦੇ ਹੇਠ ਬੈਠ ਕੇ ਉਹ ਮਹਾਰਾਜ ਦਾ ਨਾਮ ਜਪਦੇ ਨੇ। ਅੱਗੇ ਰਥ ਪੀੜੇ ਹੋਏ, ਗੱਡੀਆਂ ਮੋਟਰਾਂ ਸਵਾਰੀ ਵਾਲੀਆਂ ਦੇਖਦੀਆਂ ਨੇ। ਵੇਖੋ ਕੋਈ ਅੰਤ ਹੀ ਨਹੀਂ ਹੈ, ਪਤਾ ਹੀ ਨਹੀਂ ਲੱਗਦਾ ਕਿ ਕੌਣ ਭੇਟਾ ਕਰ ਗਿਆ ਗੁਰੂ ਮਹਾਰਾਜ ਜੀ ਦੀ ਸਵਾਰੀ ਵਾਸਤੇ ਤੇ ਗੁਰੂ ਘਰ ਦੀ ਸੇਵਾ ਵਾਸਤੇ। ਕਿੰਨੀਆਂ ਗੁਪਤ ਰੂਪ ਦੇ ਵਿੱਚ ਗੱਡੀਆਂ ਦੀਆਂ ਸੇਵਾਵਾਂ ਹੋਈਆਂ। ਤਾਂ ਇਸ ਲਈ ਔਖੇ ਹੋਣ ਦੀ ਨਹੀਂ ਲੋੜ, ਮੁੜਕਾ ਲਿਆਉਣ ਦੀ ਨਹੀਂ ਲੋੜ, ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਇਹ ਰੱਬ ਦੀ ਮਾਇਆ ਤੇ ਰੱਬ ਦੇ ਘਰ ਪਹੁੰਚ ਗਈ ਤੇ ਉਹ ਸਾਨੂੰ ਦੇਖ ਰਹੀ ਹੈ, ਸਾਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨ, ਇੱਥੋਂ ਹੀ ਖੁਸ਼ੀਆਂ ਸਾਡੇ ਘਰਾਂ 'ਚ ਜਾਂਦੀਆਂ ਨੇ। ਤੋ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਨਿਮਖ ਏਕ ਹਰ ਨਾਮ ਦੇ, ਮੇਰਾ ਤਨ ਮਨ ਸੀਤਲ ਹੋਏ। ਜਿਨ੍ਹਾਂ ਨੇ ਨਾਮ ਨੂੰ ਜਪਿਆ, ਉਹਨਾਂ ਅਮੋਲਕ ਪ੍ਰਭੂ ਨੂੰ ਪਾ ਲਿਆ ਤੇ ਆਪ ਦਾ ਸਭ ਕੁਝ ਭੇਟਾ ਕਰਕੇ ਜਿਨ੍ਹਾਂ ਨੇ ਗੁਰੂ ਜੀ ਦੀ ਖੁਸ਼ੀ ਲਈ ਹੈ, ਉਹ ਵੀ ਅਮੋਲਕ ਬਣ ਗਏ ਨੇ। ਭਗਤ ਨਾਮਦੇਵ ਜੀ, ਕਬੀਰ ਜੀ ਵਰਗੇ ਵੇਖੋ ਆ ਜਿਹੜੀਆਂ ਗੋਲਕਾਂ ਭਰੀਆਂ ਨੇ, ਸਭ ਭਗਤ ਨਾਮਦੇਵ ਤੇ ਕਬੀਰ ਜੀ ਦੀ ਕਮਾਈ ਹੈ। ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਨੇ ਹੀਰਾ ਲਾਲ ਅਮੋਲ ਪਲੇਟਾ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਰਵਿਦਾਸ ਭਗਤ ਦਾ ਜੀਵਨ ਇੱਕ ਅਮੋਲਕ ਹੀਰੇ ਤੇ ਲਾਲ ਦੇ ਵਰਗਾ ਸੀਗਾ ਤੇ ਪਰ ਉਹ ਚਮਿਆਰ ਜਾਤੀ ਵਿੱਚ ਪੈਦਾ ਹੋਣ ਕਰਕੇ, ਜੁੱਤੀਆਂ ਗੰਢਣ ਕਰਕੇ ਇਉਂ ਮਹਿਸੂਸ ਹੁੰਦਾ ਸੀ ਲੋਕਾਂ ਨੂੰ ਵੀ ਇਹ ਕੱਪੜਾ ਮੈਲਾ ਹੈ, ਨੀਵੀਂ ਜਾਤ ਵਾਲਾ ਚਮਿਆਰ ਹੈ। ਕਹਿੰਦੇ ਪਰਮਾਤਮਾ ਨੇ ਜਿਵੇਂ ਮੈਲੇ ਕੱਪੜੇ 'ਚ ਹੀਰਾ ਲੁਕੋ ਕੇ ਰੱਖਿਆ ਹੋਵੇ, ਇਸ ਤਰ੍ਹਾਂ ਦੇ ਭਗਤ ਹੋਏ ਨੇ। ਗੁਰੂ ਸਾਹਿਬ ਦਾ ਵੀ ਬਾਣੀ 'ਚ ਬਚਨ ਹੈ ਕਿ ਆਠ ਦਾਮ ਕੋ ਸ਼ੀਪਰੋ ਹੋਏ ਉਹਲਾ ਖੀਣਾ। ਅੱਧੀ ਅੱਧੀ ਕੌਡੀ ਵਾਸਤੇ ਮਿਹਨਤ ਮਸ਼ੱਕਤ ਕਰਨ ਵਾਲਾ ਸ਼ੀਮੇ ਜਾਦਾ ਨਾਮਦੇਵ ਵੇਖੋ ਲੱਖਾਂ ਦਾ ਬਣ ਗਿਆ। ਇਸ ਲਈ ਹਰ ਕਾ ਨਾਮ ਅਮੋਲ ਹੈ, ਹਰੀ ਪਰਮੇਸ਼ਰ ਦਾ ਨਾਮ ਅਮੋਲਕ ਹੈ। ਜਿਨ੍ਹਾਂ ਜਪਿਆ ਹੈ ਉਹ ਆਪ ਵੀ ਅਮੋਲਕ ਬਣ ਗਏ ਨੇ। ਕਿਉਂ? ਕੀਮਤ ਕੀ ਜਾ, ਉਹਦੀ ਕੀਮਤ ਨਹੀਂ ਕੀਤੀ ਜਾ ਸਕਦੀ, ਸਿਰ ਦੇ ਕੇ ਲੈਣਾ ਪੈਂਦਾ ਹੈ। ਤਉ ਸਾਹਿਬ ਕੀ ਬਾਤ ਜੇ ਆਖੈ, ਤਉ ਨਹੀਂ ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਕਰੀਜੈ। ਕਿਉ ਕੀਮਤ ਕੀਜੈ, ਉਸ ਪਰਮਾਤਮਾ ਦੀ ਕੀਮਤ ਕਿਵੇਂ ਪਾਈ ਜਾ ਸਕਦੀ ਹੈ? ਕੋਈ ਕੀਮਤ ਨਹੀਂ ਕਹੀ ਜਾ ਸਕਦੀ। ਆਪੇ ਸ੍ਰਿਸ਼ਟਾ ਸਭ ਸਾਜੀਆਨਾ, ਉਹ ਬੇਅੰਤ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਸਾਜੀਆਂ ਬਣਾਉਣਾ ਕੀਤੀ ਹੈ। ਆਪੇ ਵਾਰ ਤੀਜਾ, ਅਤੇ ਆਪ ਹੀ ਸਭਨਾਂ ਦੇ ਵਿੱਚ ਵਰਤ ਰਿਹਾ ਹੈ। ਗੁਰਮੁਖ ਸਦਾ ਸਲਾਹੀਆ, ਇਸ ਲਈ ਮੁਖੀ ਗੁਰਾਂ ਜਾਂ ਗੁਰਮੁਖਾਂ ਦੀ ਸੰਗਤ ਕਰਕੇ
ਹਮੇਸ਼ਾ ਉਸ ਪ੍ਰਭੂ ਨੂੰ ਸਲਾਹੁਣਾ ਕਰੀਏ। ਸੱਚ ਕੀਮਤ ਕੀਜੈ, ਸੱਚੇ ਪ੍ਰਭੂ ਵਿੱਚ ਅਭੇਦ ਹੋਣ ਰੂਪ ਕੀਮਤ ਪ੍ਰਾਪਤ ਕੀਤੀ ਜਾ ਸਕਦੀ ਹੈ। ਗੁਰ ਸਬਦੇ ਕਮਲ ਬਿਗਸਿਆ, ਗੁਰਾਂ ਦੇ ਉਪਦੇਸ਼ ਕਰਕੇ ਹਿਰਦਾ ਰੂਪੀ ਕਮਲ ਕਰਨਾ ਮਦਤਾ ਮੈਤਰੀ ਉਪੇਖਿਆ ਰੂਪ ਪੰਖੜੀਆਂ ਦੇ ਸਹਿਤ ਖਿੜ ਜਾਂਦਾ ਹੈ। ਏਵ ਹਰ ਰਸ ਪੀਜੈ, ਇੰਜ ਹਰੀ ਪਰਮੇਸ਼ਰ ਦੇ ਨਾਮ ਰਸ ਨੂੰ ਪੀਣਾ ਕਰੀਏ। ਆਵਣ ਜਾਣ ਠਾਕਿਆ, ਜਿਨ੍ਹਾਂ ਨੇ ਇਹ ਰਸ ਪੀਤਾ ਹੈ ਉਹਨਾਂ ਨੇ ਆਉਣਾ ਜਾਣਾ ਭਾਵ ਜੰਮਣਾ ਮਰਨਾ ਰੋਕ ਲਿਆ ਹੈ। ਸੁਖ ਸਹਿਜ ਸਵੀਜੈ, ਔਰ ਉਹਨਾਂ ਨੇ ਸੁਖ ਅਤੇ ਸ਼ਾਂਤੀ ਵਿੱਚ ਸੌਣਾ ਕੀਤਾ ਹੈ ਜਾਂ ਅਚੁੱਤ ਸੁਖ ਰੂਪ ਦੇ ਵਿੱਚ ਸੌਣਾ ਕੀਤਾ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਸਤਿਗੁਰੂ ਨਾਨਕ ਦੇਵ ਜੀ ਸ਼ੋ ਪਾਵਨ ਫੁਰਮਾਨ ਕਰ ਰਹੇ ਨੇ। ਨਾ ਮੈਲਾ ਨਾ ਧੁੰਦਲਾ, ਉਸ ਮਨੁੱਖ ਦਾ ਮਨ ਨਾ ਹੀ ਤਮੋ ਗਣ ਕਰਕੇ ਮੈਲਾ ਹੈ, ਨਾ ਹੀ ਰਜੋ ਗੁਣ ਕਰਕੇ ਧੁੰਦ ਰੰਗਾ ਹੈ। ਨਾ ਭਗਵਾ ਨਾ ਕਛ, ਨਾ ਹੀ ਸਤੋ ਗੁਣ ਕਰਕੇ ਗੇਰੂ ਰੰਗ ਹੈ, ਤੇ ਨਾ ਹੀ ਇਹਨਾਂ ਦਾ ਅਦਿਸ਼ਟਾਨ ਰੂਪ ਕੱਚੀ ਮਾਇਆ ਦੇ ਅਧੀਨ ਹੈ। ਨਾਨਕ ਲਾਲੋ ਲਾਲ ਹੈ, ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਜੈ ਰਤਾ ਸਾਚਾ, ਸਤ ਸਰੂਪ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗਿਆ ਹੋਇਆ ਹੈ, ਸੱਚ ਸਰੂਪ ਹੀ ਉਹ ਹੋ ਜਾਂਦਾ ਹੈ। ਉਸ ਨੂੰ ਲਾਲ ਹੀ ਲਾਲ ਪਾਪ ਪ੍ਰੇਮ ਦਾ ਗੂੜਾ ਚੂ ਚੂਆ ਰੰਗ ਚੜ ਜਾਂਦਾ ਹੈ। ਮਹੱਲਾ ਤੀਜਾ। ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਫੁਰਮਾਨ ਕਰਦੇ ਨੇ। ਸਹਿਜ ਵਨਸਪਤ ਫੁੱਲ ਫਲ, ਸ਼ਾਂਤ ਰੂਪ ਸੰਗਤ ਬਨਸਪਤੀ ਦੀ ਤਰ੍ਹਾਂ ਹੈ, ਜਿਸ ਵਿੱਚ ਧਰਮ ਰੂਪੀ ਫੁੱਲ ਬ੍ਰਹਮ ਗਿਆਨ ਰੂਪੀ ਫਲ ਹੈ। ਨਾ ਭਵਰ ਵਸੈ ਪੈਖੰਡ, ਜੋ ਵੀ ਜਗਿਆਸੂ ਰੂਪ ਭੌਰਾ ਇਸ ਸੰਗਤ ਵਿੱਚ ਵਸਦਾ ਹੈ, ਉਸ ਦਾ 7 ਪ੍ਰਕਾਰ ਦਾ ਡਰ ਖੰਡਿਆ ਜਾਂਦਾ, ਕਟਿਆ ਜਾਂਦਾ ਹੈ। ਨਾਨਕ ਤਰਵਰ ਏਕ ਹੈ, ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਕਥਨ ਕਰਦੇ ਨੇ ਕਿ ਫਿਰ ਐਸਾ ਨਿਸ਼ਚੈ ਕਰੇ ਕਿ ਇੱਕ ਸੰਗਤ ਰੂਪ ਬਨਸਪਤੀ ਵਿੱਚ ਇੱਕ ਬ੍ਰਹਮ ਸੰਤ ਰੂਪੀ ਤਰਵਰ ਬ੍ਰਿਕਸ਼ ਹੈ। ਏਕੋ ਫੁੱਲ ਭੇ ਰੰਗਾ, ਤੇ ਸਭ ਨੂੰ ਸੱਤਾ ਦੇਣ ਵਾਲਾ ਹਰੀ ਵੀ ਇੱਕ ਫੁੱਲ ਰੂਪ ਹੈ, ਤੇ ਹਰੀ ਹੀ ਇੱਕ ਭੌਰਾ ਰੂਪ ਹੈ। ਇਸੇ ਪ੍ਰਕਾਰ ਨਾਨਕ ਤਰਵਰ ਏਕ ਹੈ, ਇੱਕ ਵੈਰਾਟ ਰੂਪੀ ਬ੍ਰਿਕਸ਼ ਹੈ। ਸ਼ੁੱਧ ਭੂਮਾ ਰੂਪ ਬ੍ਰਹਮ ਧਰਤੀ ਦੀ ਨਿਆਈ ਹੈ, ਈਸ਼ਰ ਬੀਜ ਦੀ ਤਰ੍ਹਾਂ ਹੈ, ਹਿਰਨ ਗਰਭ ਅੰਕੁਰ ਦੀ ਤਰ੍ਹਾਂ ਹੈ, ਬ੍ਰਹਮ ਪਤੀਆਂ ਦੀ ਨਿਆਈ ਹੈ, ਵਿਸ਼ਨੂੰ ਟਾਹਣੀਆਂ ਦੀ ਨਿਆਈ ਹੈ। ਏਕੋ ਫੁੱਲ ਭੇ ਰੰਗ, ਸ਼ਿਵ ਜੀ ਫੁੱਲ ਦੀ ਤਰ੍ਹਾਂ ਹੈ, ਬ੍ਰਹਮ ਗਿਆਨੀ ਫਲ ਦੀ ਤਰ੍ਹਾਂ ਹੈ, ਅਤੇ ਉਸ ਬਨਸਪਤੀ ਵਿੱਚੋਂ ਬੋੜੋਂ ਆਨੰਦ ਦੀ ਮਹਿਕ ਨਿਕਲਦੀ ਰਹਿੰਦੀ ਹੈ। ਪੌੜੀ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ। ਜੋ ਜਨ ਲੂਜਹਿ ਮਨ ਸੋ, ਹੇ ਭਾਈ ਜਿਹੜੇ ਪੁਰਖ ਆਪਣੇ ਮਨ ਦੇ ਨਾਲ ਝਗੜਦੇ ਨੇ, ਭਾਵ ਕੁਸੰਗਤ ਸੰਕਲਪਾਂ ਵਿਕਲਪਾਂ ਵਿੱਚ ਜਾਣ ਤੋਂ ਰੋਕਦੇ ਹਨ, ਸੇ ਸੂਰੇ ਪਰਦਾਨਾ, ਉਹ ਪੁਰਖ ਲੋਕ ਪਰਲੋਕ ਦੇ ਵਿੱਚ ਪ੍ਰਧਾਨ ਸੂਰਮੇ ਹਨ। ਹਰ ਸੇਤੀ ਸਦਾ ਮਿਲ ਰਹੇ, ਜਿਨ੍ਹਾਂ ਮਨੁੱਖਾਂ ਨੇ ਜਿਨੀ ਆਪ ਪਛਾਨਾ, ਆਪਣੇ ਆਪ ਨੂੰ ਬ੍ਰਹਮਾਤਮਾ ਰੂਪ ਕਰਕੇ ਪਹਿਚਾਣਿਆ ਹੈ, ਉਹ ਮਨੁੱਖ ਹਮੇਸ਼ਾ ਹੀ ਪਰਮੇਸ਼ਰ ਦੇ ਨਾਲ ਮਿਲੇ ਰਹਿੰਦੇ ਹਨ। ਗਿਆਨੀਆਂ ਕਾ ਇਹੋ ਮਹਤ ਹੈ, ਗਿਆਨਵਾਨ ਮਹਾਂਪੁਰਖਾਂ ਦਾ
ਇਹੀ ਵੱਡਾ ਮਰਾਤਬਾ ਵਡਿਆਈ ਹੈ ਕਿ ਮਨ ਮਾਹੇ ਸਮਾਨਾ। ਉਹ ਆਪਦੇ ਮਨ ਹਿਰਦੇ ਦੇ ਵਿੱਚ ਹੀ ਪਰਮੇਸ਼ਰ ਨੂੰ ਨਿਸ਼ਚੈ ਕਰਕੇ ਉਸ ਦੇ ਸਰੂਪ ਦੇ ਵਿੱਚ ਸਮਾਏ ਰਹਿੰਦੇ ਨੇ, ਜਾਂ ਮਨ ਨੂੰ ਜਿੱਤਣ ਵਿੱਚ ਸਮਾਉਂਦੇ ਨੇ, ਜਾਂ ਮਨ ਵਿੱਚ ਹਰੀ ਸਮਾਉਂਦਾ ਹੈ। ਹਰ ਜੀਉ ਕਾ ਮਹਿਲ ਪਾਇਆ, ਜਿਨ੍ਹਾਂ ਨੇ ਸੱਚ ਲਾਏ ਧਿਆਨਾ। ਸੱਚ ਸਰੂਪ ਦੇ ਵਿੱਚ ਚਿੱਤ ਦੀ ਬਿਰਤੀ ਨੂੰ ਧਿਆਨ ਲਾਉਣਾ ਕੀਤਾ ਹੈ, ਉਹਨਾਂ ਨੇ ਹਰੀ ਪਰਮੇਸ਼ਰ ਜੀ ਦਾ ਸਰੂਪ ਪਾਉਣਾ ਕੀਤਾ ਹੈ। ਜਨ ਗੁਰ ਪ੍ਰਸਾਦੀ ਮਨ ਜੀਤਿਆ, ਜਿਨ੍ਹਾਂ ਮਨੁੱਖਾਂ ਨੇ ਗੁਰਾਂ ਦੀ ਕਿਰਪਾ ਦੁਆਰਾ ਆਪਣੇ ਮਨ ਨੂੰ ਸੰਕਲਪਾਂ ਵਿਕਲਪਾਂ ਕਾਮ ਆਦਿਕ ਵਿਕਾਰਾਂ ਵੱਲੋਂ ਜਿਤਨਾ ਕੀਤਾ ਹੈ। ਜਗ ਤਿਨ ਹੈ ਜੇ ਤਾਨਾ, ਉਹਨਾਂ ਨੇ ਸੰਸਾਰ ਨੂੰ ਹੀ ਜਿੱਤ ਲਿਆ ਹੈ। ਮਨ ਜੀਤੈ ਜਗ ਜੀਤ। ਕਿਸੇ ਨਾਲ ਡਾਂਗ ਸੋਟਾ ਕਰਨ ਦੀ ਬਜਾਏ, ਇੱਕ ਸੁੰਨ ਮੁੱਕੀ ਕਰਨ ਦੀ ਬਜਾਏ, ਥੱਪੜ ਮਾਰਨ ਦੀ ਬਜਾਏ ਤੁਸੀਂ ਅਗਲੇ ਦਾ ਮਨ ਜਿੱਤੋ ਜੇ ਤੁਹਾਡੇ 'ਚ ਤਾਕਤ ਹੈ। ਜਾਂ ਆਪਦੇ ਮਨ ਦੇ ਉੱਪਰ ਕੰਟਰੋਲ ਰੱਖੋ, ਆਪਦੀ ਜ਼ੁਬਾਨ ਨੂੰ ਰੋਕ ਕੇ ਕੋਈ ਨਿਮਰਤਾ ਕੋਈ ਗੁਣ ਧਾਰਨ ਕਰੋ, ਅਗਲੇ ਦਾ ਮਨ ਆਪਣੇ ਆਪ ਖਿੱਚਿਆ ਜਾਊਗਾ। ਜਿਹੜਾ ਬੰਦਾ ਕਿਸੇ ਦੇ ਫਾਈਟ ਕਰਦਾ ਹੈ, ਡਾਂਗ ਮਾਰਦਾ ਹੈ, ਸੋਟਾ ਮਾਰਦਾ, ਥੱਪੜ ਮਾਰਦਾ, ਕਿਤੇ ਪ੍ਰਤਿਆ ਕੇ ਵੇਖ ਲਿਓ, ਲੱਕ ਤੇ ਹੱਥ ਰੱਖ ਕੇ ਉਹਦੇ ਅੱਗੇ ਖਲੋ ਜਾਓ। ਤੁਸੀਂ ਉਹਦੇ ਪੈਰਾਂ ਵੱਲ ਵੇਖੋਗੇ, ਉਹਦੇ ਪੈਰ ਕੰਬਦੇ ਹੋਣਗੇ। ਫਾਈਟ ਕਰਨ ਵਾਲੇ ਬੰਦੇ ਦੇ ਉਹਦੇ ਹੱਥ ਕੰਬਦੇ ਹੋਣਗੇ। ਉਹ ਬੰਦਾ ਘਬਰਾਇਆ, ਉਹਦਾ ਚਿਹਰਾ ਲਾਲ ਸੁਰਖ, ਮਤਲਬ ਤੁਹਾਨੂੰ ਮਹਿਸੂਸ ਹੋਏਗਾ ਕਿ ਉਹ ਬੰਦਾ ਹਾਰ ਗਿਆ ਹੈ, ਹੰਬ ਗਿਆ ਹੈ। ਹਾਰਿਆ ਬੰਦਾ ਕਿਸੇ ਦੇ ਫਾਈਟ ਕਰਦਾ, ਜਿਹੜਾ ਜਿੱਤਿਆ ਹੋਇਆ ਬੰਦਾ ਹੈ ਉਹ ਕਦੀ ਕਿਸੇ ਦੇ ਅਟੈਕ ਨਹੀਂ ਕਰਦਾ। ਤਾਂ ਇਸ ਲਈ ਸਤਿਗੁਰੂ ਨਾਨਕ ਦੇਵ ਜੀ ਨੇ ਬੰਦੇ ਮਾਰਨ ਦੀ ਬਜਾਏ ਬੰਦੇ ਦੇ ਸੁਭਾਅ ਨੂੰ ਮਾਰਿਆ। ਜਿਹੜਾ ਬੁਰਾ ਸੁਭਾਅ ਸੀਗਾ ਕੌਡੇ ਰਾਖਸ਼ ਦਾ, ਮਾਰ ਕੇ ਰਾਖਸ਼ ਨੂੰ ਨਹੀਂ ਮਾਰਿਆ, ਰਾਖਸ਼ਪੁਣਾ ਉਹਦੇ ਅੰਦਰੋਂ ਖਤਮ ਕਰ ਦਿੱਤਾ। ਤਾਕਤ ਹੈ ਨਾ ਗੁਰੂ ਸਾਹਿਬ ਦੀ। ਬਲੀ ਕੰਧਾਰੀ ਨੂੰ ਨਹੀਂ ਮਾਰਿਆ। ਜੇ ਸਾਡੇ ਵਰਗਾ ਹੁੰਦਾ ਤੇ ਉੱਥੇ ਚੜ੍ਹਾਈ ਕਰ ਦਿੰਦਾ ਵੀ ਤੂੰ ਵੱਡਾ ਆ, ਪੱਥਰ ਰੇੜਿਆ ਸਾਡੇ ਤੇ, ਤੂੰ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ, ਤੇਰੇ ਤੇ ਅਸੀਂ ਕੇਸ ਕਰਦੇ ਹਾਂ, ਚੱਲ ਤੈਨੂੰ ਮੌਤ ਦੀ ਸਜ਼ਾ। ਪੱਥਰ ਮਾਰ ਮਾਰ ਕੇ ਮਾਰ ਦਿੰਦੇ, ਪਰ ਨਹੀਂ, ਮਾਰਨੇ ਉਹਦਾ ਬੁਰਾ ਸੁਭਾਅ ਮੇੜ ਦਿੱਤਾ। ਔਰ ਉਹਨਾਂ ਲੋਕਾਂ ਦੇ ਕੋਲੋਂ ਹੀ ਚੰਗੇ ਕੰਮ ਲਏ ਜਿਹੜੇ ਬੁਰੇ ਬੰਦੇ ਸੀਗੇ। ਜਿਵੇਂ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਪਾਸੋਂ ਗੁਰੂ ਸਾਹਿਬ ਨੇ ਚੋਰੀ ਛਡਾਈ, ਚੋਰੀ ਛਡਾ ਕੇ ਤੇ ਉਹਨੂੰ ਗੁਣ ਦੇ ਕੇ ਉਸ ਤਰ੍ਹਾਂ ਦੀ ਹੀ ਸੇਵਾ ਦੇ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਵਾਈਆਂ। ਤਾਂ ਇਸ ਲਈ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦਾ ਸਿਧਾਂਤ ਰਿਹਾ। ਉਹਨਾਂ ਨੇ ਇਨਸਾਨਾਂ ਦੇ ਸੁਭਾਅ ਨੂੰ ਸਵਾਰਨਾ ਕੀਤਾ। ਜਿਹੜੀ ਸੰਗਤ ਹੈ, ਗੁਰੂ ਘਰ ਹੈ, ਇਹਦੇ ਵਿੱਚ ਇਨਸਾਨ ਸਵਾਰਨ ਦੀ ਹੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਵੇਂ ਜਿਵੇਂ ਆਪਾਂ ਨਾਮ ਜਪਦੇ ਹਾਂ ਜਾਂ ਨਾਮ ਨੂੰ ਸੁਣਦੇ ਹਾਂ, ਤਿਵੇਂ ਤਿਵੇਂ ਜੋ ਜੋ ਕਥਾ ਸੁਣੇ ਹਰ ਕੀਰਤਨ ਤਾਕੀ ਦੁਰਮਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਹੌਲੀ ਹੌਲੀ ਜਿਹੜੀ ਦੁਰਮਤ ਹੈ, ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਤੇ ਦੁਰਮਤ ਖੋਈ। ਸਾਨੂੰ ਪਤਾ ਨਹੀਂ ਲੱਗਦਾ, ਅਸੀਂ ਆਪ ਦੀਆਂ ਬਦ ਬਲਾਵਾਂ ਔਗਣ ਇੱਥੇ ਛੱਡ ਜਾਂਦੇ ਹਾਂ। ਹੌਲੀ 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 ਜਿਵੇਂ ਜਿਵੇਂ ਚੰਗਾ ਸੁਣੀ ਜਾਈਏ ਅੰਦਰ ਵੜੀ ਜਾਂਦਾ। ਆਪਣੇ ਆਪ ਹੀ ਇਨਸਾਨ ਨੂੰ ਮਹਾਰਾਜ ਦਾ ਨਾਮ, ਗੁਰੂ ਸਾਹਿਬ ਦੀ ਬਾਣੀ ਚੰਗਾ ਬਣਾ ਦਿੰਦੀ ਹੈ। ਇਸ ਲਈ ਲਗੇ ਰਹੋ, ਚੰਗਾ ਬਣਨ ਦੀ ਕੋਸ਼ਿਸ਼ ਤਾਂ ਕਰੀਏ। ਬਣਾਉਣ ਵਾਲਾ ਪ੍ਰਭੂ ਪਰਮਾਤਮਾ ਜਿਹਨੇ ਏਡੇ ਏਡੇ ਵੱਡੇ ਪਾਪੀਆਂ ਨੂੰ ਬਖਸ਼ ਲਿਆ, ਆਪਾਂ ਤਾਂ ਫਿਰ ਵੀ ਗਾਤਰਾ ਪਾਇਆ, ਮਹਾਰਾਜ ਨੂੰ ਮੰਨਦੇ ਹਾਂ। ਕੇਸ ਦਾੜੇ ਦਸਤਾਰਾਂ ਸਜਾਈਆਂ ਗੁਰੂ ਸਾਹਿਬ ਦੇ ਸਿੱਖਾਂ, ਸਾਨੂੰ ਕਿਉਂ ਨਹੀਂ ਮਹਾਰਾਜ ਬਖਸ਼ੇਗਾ। ਇਹ ਸ਼ਰਧਾ ਅਤੇ ਵਿਸ਼ਵਾਸ ਹੋਣਾ ਚਾਹੀਦਾ। ਇਉਂ ਮਨ ਜੀਤੈ ਜਗ ਜੀਤ, ਸੰਸਾਰ ਨੂੰ ਜਿੱਤਣਾ ਮਨ ਨੂੰ ਜਿੱਤਣਾ ਹੈ। जाको हरंग लागो इस युग में सो कहियत है सूरा आत्म जिन सगल वस्तांक जाका सतगुर पूरा। भुलां चुका खिमा करनी है जी, अगे दो समत बख्शनी। हर जियो का महल पाया सज लाए ध्याना, जैन गुर प्रसादी मन जीतिया जग तिन है जिताना। वाहिगुरु जी का खालसा वाहिगुरु जी की फतेह। राम कली।